295 ਦੇ ਪਰਚਾ ਬੈਂਸ ਦੇ ਉੱਤੇ ਦਰਜ ਹੈ, ਅੱਜ ਤੱਕ ਉਹਦੇ ਤੇ ਕਾਰਵਾਈ ਨਹੀਂ ਹੋ ਰਹੀ। ਬਟਾਲਾ ਡੀਸੀ ਦੇ ਉੱਤੇ ਮਾੜੀ ਸ਼ਬਦਾਵਲੀ ਵਰਤ ਕੇ ਆਇਆ, ਇਹਦੇ ਤੇ ਪਰਚਾ ਹੋਇਆ ਕਾਂਗਰਸ ਸਰਕਾਰ ਦੇ ਵਿੱਚ, ਇਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ? ਇਹ ਕਾਂਗਰਸੀ ਅਗਰ ਜਾਣਾ ਚਾਹੁੰਦਾ ਹੈ, ਆਪਣੇ ਸਾਥੀਆਂ ਨੂੰ ਬੇਵਕੂਫ ਕਿਉਂ ਬਣਾ ਰਿਹਾ? ਤੂੰ ਲੋਕਾਂ ਦੇ ਕੰਮ ਕਰਾਉਣ ਦੇ ਬਜਾਏ ਨਵੇਂ ਹਥਕੰਡੇ ਬਣਾਉਣੇ ਸ਼ੁਰੂ ਕਰਤੇ। ਤੁਸੀਂ ਘੱਟੋ ਘੱਟ ਆਪਣੇ ਹਲਕੇ ਦਾ ਹੱਲ ਤਾਂ ਕੱਢ ਲਓ। ਸਭ ਤੋਂ ਪਛੜਿਆ ਇਲਾਕਾ ਤੁਹਾਡਾ, ਅੱਜ ਉਹ ਇਲਾਕੇ ਨੂੰ ਜਿਹੜੀ ਲੋੜ ਸੀ, ਜਿੰਦੇ ਕਰਕੇ ਤੁਹਾਨੂੰ ਵੋਟਾਂ ਪਾਈਆਂ ਗਈਆਂ, ਤੁਸੀਂ ਉਹਦਾ ਕੀਤਾ ਕੀ? ਵੇਰਕਾ ਮਿਲਕ ਪਲਾਂਟ ਦੇ ਉੱਤੇ ਸਕੈਂਡਲ ਕੱਢਿਆ ਜਾਂਦਾ 200 ਕਰੋੜ ਦਾ, ਉਹ 200 ਕਰੋੜ ਦੇ ਸਕੈਂਡਲ ਦਾ ਬਣਿਆ ਕਿ ਬੈਂਸ ਸਾਹਿਬ ਕੋਲ ਜਵਾਬ ਨਹੀਂ ਹੈ। ਹੱਥਕੰਡੇ ਅਪਣਾ ਕੇ, ਪੈਂਤਰੇ ਖੇਡ ਕੇ, ਜਾਂ ਪਤਾ ਨਹੀਂ ਕਿਹੜਾ ਅੰਡਰ ਦੀ ਟੇਬਲ ਸੈਟਅਪ ਸੀਗਾ ਜਿਹੜਾ ਇਹਨਾਂ ਨੂੰ ਕਾਨੂੰਨ ਦੇ ਰਸਤੇ ਤੋਂ ਬਚਾ ਰਿਹਾ ਸੀਗਾ। ਕਿਉਂਕਿ ਤੁਹਾਡੇ ਤੋਂ ਡਰਦੇ ਲੋਕ, ਪੋਲੀਟੀਸ਼ੀਅਨ ਤੋਂ ਡਰਦੇ ਲੋਕ ਘਰਾਂ 'ਚ ਬਹਿ ਜਾਂਦੇ ਨੇ। ਤੇ ਮੇਰਾ ਹੌਸਲਾ ਮੈਂ ਮਿਸਟਰ ਬੈਂਸ ਨੂੰ ਹੀ ਕਹਿੰਦਾ, ਤੂੰ ਹੀ ਖੋਲਿਆ। ਜਗ੍ਹਾ ਤੁਸੀਂ ਰੱਖ ਦਿਓ, ਤੁਹਾਨੂੰ ਵੀ ਕਹਿੰਦਾ, ਮੈਂ ਅੱਗੇ ਵੀ ਕਿਹਾ, ਜਗ੍ਹਾ ਤੁਸੀਂ ਰੱਖ ਲਿਓ, ਟਾਈਮ ਤੁਸੀਂ ਰੱਖ ਲਿਓ। ਉਹਨਾਂ ਦਾ ਜਿਹੜਾ ਨੁਮਾਇੰਦਾ ਆਉਣਾ ਚਾਹੁੰਦਾ ਪਬਲਿਕ ਤੌਰ 'ਤੇ ਆ ਜਾਏ, ਮੇਰੇ ਨਾਲ ਓਪਨ ਡਿਬੇਟ ਦੇ ਉੱਤੇ ਪਬਲਿਕ ਦੇ ਚੌਂਕ ਦੇ ਵਿੱਚ ਰੱਖਿਓ ਕਿਸੇ, ਉਹ ਸਾਰੇ ਆਪਣੇ ਡਾਕੂਮੈਂਟ ਲੈਣ ਤੇ ਮੈਂ ਲਿਆਉਂਗਾ। ਪਰ ਉਹਦੀ ਆੜ 'ਚ ਆਪਾਂ ਪੰਜਾਬ ਨੂੰ ਕਿੱਥੇ ਤੱਕ ਵੇਚਿਆ, ਇਹ ਵੀ ਤਾਂ ਦੱਸੋ। ਅਸੀਂ ਸੁਖਬੀਰ ਬਾਦਲ ਦੀ ਸਰਕਾਰ ਵੇਲੇ ਤੇਰੇ ਨਾਲ ਜੇਲ੍ਹਾਂ ਕੱਟ ਗਈਆਂ, ਤੂੰ ਕੱਲਾ ਮੂਤ ਦੀਆਂ ਦਰੀਆਂ ਤੇ ਨਹੀਂ ਸੁੱਤਿਆ, ਮੈਂ ਵੀ ਸੁੱਤਾ, ਮੇਰੇ ਨਾਲ ਹੋਰ ਵੀ ਨੌਜਵਾਨ ਸੁੱਤੇ ਨੇ। ਜੇ ਤੇ ਚੱਲੇ ਕਾਰ, ਤੁਸੀਂ ਕਿੰਨੀਆਂ ਇਲੈਕਸ਼ਨ ਹਾਰ ਚੁੱਕੇ ਨੇ? ਤੁਸੀਂ ਇਹ ਦੱਸੋ, ਆਪਣੇ ਤੋਂ ਇਲਾਵਾ ਕਿੰਨੇ ਕਿਲੋਮੀਟਰ ਜਿਤਾ ਲਏ ਤੁਸੀਂ? ਤੂੰ ਦੂਜਿਆਂ ਦੇ ਘਰ ਖਰਾਬ ਕੀਤੇ, ਜਿਹੜਾ ਤੇਰੇ ਕੋਲ ਫੈਸਲਾ ਆ ਗਿਆ ਉਹ ਕੁੜੀ ਦਾ ਘਰ ਨਹੀਂ ਵਸਿਆ ਅੱਜ ਤੱਕ। ਤੂੰ ਪੱਖਪਾਤ ਦੇ ਨਾਲ ਫੈਸਲੇ ਕਰਾਉਣਾ, ਕਿੱਥੋਂ ਫਾਇਦਾ ਹੋ ਸਕਦਾ, ਕਿੱਥੇ ਨਹੀਂ ਹੋ ਸਕਦਾ। ਇਹਨੇ ਆਪਣੇ ਸਕੇ ਦੋਸਤ ਦੀਆਂ ਭੈਣਾਂ ਦੇ ਘਰ ਰਿਸ਼ਤੇ ਨਹੀਂ ਉਹ ਵਸਣ ਦਿੱਤੇ, ਇਹਨਾਂ ਨੂੰ ਬਾਅਦ 'ਚ ਤੂੰ ਤਰੀਕ ਤੇ ਲਿਜਾਣ ਲੱਗਿਆ ਵੀ ਗੱਡੀ 'ਚ ਨਹੀਂ ਬਣਦਾ ਹੁੰਦਾ ਸੀਗਾ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं। तो अज जिहड़ा मुद्दा है, अज का मुद्दा है वो है लोक इंसाफ बनाम इंसाफ। जी हाँ, लोकां नूं इंसाफ देण दी, इंसाफ दिवाण दी बुनियाद ते हुंकारा भर के पार्टी की नींह रखण वाले सिमरजीत सिंह बैंस, लोक इंसाफ पार्टी की नींह रखण वाले सिमरजीत सिंह बैंस, ਉਹਦੇ ਪ੍ਰਧਾਨ ਤੇ MLA ਜਿਹੜੇ ਹੈਗੇ ਆ, ਮੌਜੂਦਾ MLA ਵੀ ਹੈਗੇ ਆ, ਉਹ ਖੁਦ ਅੱਜ ਉਹਨਾਂ ਦੀ ਪੂਰੀ ਪਾਰਟੀ ਅੱਜ ਇੱਕ ਇਨਸਾਫ ਦੇ ਕਾਨੂੰਨ ਦੇ ਵਿੱਚ ਸ਼ਿਕੰਜੇ 'ਚ ਫਸ ਚੁੱਕੀ ਹੈ। ਉਹ ਸਾਰੇ ਮਾਮਲੇ 'ਚ ਉਹਨਾਂ ਦੇ ਬਹੁਤ ਸਾਰੇ ਆਰੋਪ ਲੱਗ ਰਹੇ ਹੈ। FIR ਹੋਣ ਦੀ ਗੱਲਬਾਤ ਹੋ ਗਈ ਹੈ, ਕੋਰਟ ਨੇ ਆਦੇਸ਼ ਦੇ ਦਿੱਤੇ ਹੈ। ਉਹਨਾਂ ਦੀ ਜਿਹੜੀ ਅਗਰਿਮ ਜ਼ਮਾਨਤ ਹੈਗੀ ਹੈ, ਉਹ ਵੀ ਮੁੱਢਲੀ ਜ਼ਮਾਨਤ ਉਹ ਵੀ ਰੱਦ ਕਰਤੀ ਜਾ ਚੁੱਕੀ ਹੈਗੀ ਹੈ। ਇਹ ਸਾਰੇ ਮਾਮਲੇ 'ਚ ਅਸੀਂ ਅੱਜ ਤੁਹਾਨੂੰ ਰੂਬਰੂ ਕਰਾ ਰਹੇ ਹਾਂ। ਉਹਨਾਂ ਦੇ ਕਿਸੇ ਵੇਲੇ ਉਹਨਾਂ ਦਾ ਸਾਇਆ ਰਹੇ ਜਸਵਿੰਦਰ ਸਿੰਘ ਰਾਜਾ ਜੀ, ਜਿਹੜੇ ਕਿ ਕਿਹਾ ਜਾਂਦਾ ਕਿ ਉਹਨਾਂ ਦਾ ਸਾਇਆ ਸੀਗੇ ਜਾਂ ਉਹ ਲੋਕ ਇਨਸਾਫ ਪਾਰਟੀ ਦੇ ਜਿਹੜੇ ਸਪੋਕਸ ਪਰਸਨ ਸੀਗੇ। ਸੋ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਇਹਨਾਂ ਤੋਂ ਪਰਸਨਲ ਲੈਵਲ 'ਤੇ ਕਿ ਕਿੱਦਾਂ ਦਾ ਉਹਨਾਂ ਦਾ ਰਿਹਾ ਸਫ਼ਰ, ਕਿੱਦਾਂ ਦਾ ਰਿਹਾ ਰਾਜਨੀਤਿਕ, ਔਰ किस नेचर के मालक है जिहड़े आरोप लगा रहे हैं इन्हां ते एक्चुअल हकीकत की है। असी कोशिश कर रहे हैं जानने की। सत श्री अकाल सर। सत श्री अकाल जी। जसविंदर भाजी, कहा जाता कि तुसी तुहाडा दोनों का नूंह मास का रिश्ता सी, एक वेले तुसी बहुत जमीनी लैवल ते, अज जे बैंस साहब का जे किते कद हैगा ते उहदे विच जसविंदर सिंह राजा का बहुत वड्डा रोल है। सो अज उन्हां ते बहुत सारे इदां दे आरोप लग रहे हैं, महिला शोषण वर्गे आरोप लग रहे हैं। ਇਹਦੇ ਵਿੱਚ ਲੋਕੀ ਜਾਣਨਾ ਚਾਹੁੰਦੇ ਆ ਕਿ ਉਹਨਾਂ ਦਾ ਜਿਹੜਾ ਹਰਮਨ ਪਿਆਰਾ ਨੇਤਾ ਕੀ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜ਼ਮੀਨੀ ਲੈਵਲ ਤੇ? ਦੇਖੋ, ਇੱਕ ਮੈਂ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਐਕਸਪੀਰੀਅੰਸ ਨਾਲ ਤੁਹਾਨੂੰ ਦੱਸ ਸਕਦਾ। ਫਿਲਮ ਇੰਡਸਟਰੀ ਨਾਲੋਂ ਸਭ ਤੋਂ ਵੱਡੇ ਕਲਾਕਾਰ ਕੋਈ ਹੁੰਦਾ ਦੋ ਇਹ ਰਾਜਨੇਤਾ ਲੋਕ ਹੁੰਦੇ ਨੇ ਜੀ, ਜਿਨ੍ਹਾਂ 'ਚ ਇਹ ਗੁਣ ਔਰ ਕੁਆਲਿਟੀ ਹੁੰਦੀ ਹੈ, ਜਿਹੜੇ ਆਪਣੇ ਆਪ ਨੂੰ ਇੱਕ ਨੇਤਾ ਦਾ ਮੁਖੌਟਾ ਪਾ ਕੇ ਉਹ ਅਦਾਕਾਰੀ ਪੇਸ਼ ਕਰਨ ਲੱਗ ਜਾਂਦੇ ਨੇ ਜੀ। ਉਹ ਲੋਕਾਂ ਨੂੰ ਇੰਨਾ ਕੁ ਗੁੰਮਰਾਹ ਕਰ ਲੈਂਦੇ, ਇੰਨਾ ਕੁ ਭੰਬਲ ਪੂਸੇ 'ਚ ਪਾ ਲੈਂਦੇ, ਆਮ ਬੰਦਾ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦਾ ਜੀ। ਮੈਂ ਖੁਦ ਉਹਨਾਂ ਦੇ ਨਾਲ ਰਿਹਾ 12 ਸਾਲ ਕੰਮ ਕੀਤਾ ਹੈ ਜੀ। ਉਹਨਾਂ ਨੇ ਜਿਹੜੀ ਸਾਨੂੰ ਪਿਕਚਰ ਦਿਖਾਈ ਇਨਕਲਾਬ ਦੀ ਜੀ, ਔਰ ਉਹ ਇਨਕਲਾਬ ਦੀ ਜਿਹੜੀ ਪਿਕਚਰ ਹੈ ਉਹ ਹਰ ਬੰਦੇ ਦੇ ਮਨ 'ਚ ਹੁੰਦੀ ਹੈ ਵੀ ਆਪਣੇ ਦੇਸ਼ ਪ੍ਰਤੀ, ਆਪਣੇ ਸਟੇਟ ਪ੍ਰਤੀ, ਆਪਣੇ ਪੰਜਾਬ ਪ੍ਰਤੀ। ਤੁਸੀਂ ਕਹਿੰਦੇ ਹੋ ਕਿ ਨਵੇਂ ਯੂਥ ਨੂੰ ਚੰਗੀਆਂ ਗੱਲਾਂ ਕਰਨੀਆਂ, ਉਹਨੂੰ ਦੇਸ਼ ਦੇ ਲਈ ਕੁਝ ਚੀਜ਼ਾਂ ਕਰਨੀਆਂ ਵਧੀਆ ਇਨਸਾਫ ਦੇ ਲਈ, ਜਿੱਦਾਂ ਉਹਨਾਂ ਨੇ ਨਾਮ ਵੀ ਰੱਖਿਆ ਲੋਕ ਇਨਸਾਫ ਪਾਰਟੀ। ਲੋਕ ਇਨਸਾਫ ਪਾਰਟੀ ਦਾ ਨਾਮ ਰੱਖਣ ਦੇ ਪਿੱਛੇ ਕੀ ਮਕਸਦ ਸੀਗਾ? ਦੇਖੋ, ਲੋਕ ਇਨਸਾਫ ਪਾਰਟੀ ਜਦੋਂ ਮੈਂ ਤੁਹਾਨੂੰ ਥੋੜ੍ਹਾ ਪਿੱਛੇ ਲੈ ਜਾਂਦਾ, ਜਦੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਸੀਗੇ, ਆਫਟਰ ਦੈਟ
ਉਹ ਉਸ ਤੋਂ ਬਾਹਰ ਹੋ ਕੇ ਉਹਨਾਂ ਨੇ ਆਜ਼ਾਦ ਤੌਰ 'ਤੇ ਮੁਹਿੰਮ ਸ਼ੁਰੂ ਕੀਤੀ ਹੈ, ਆਜ਼ਾਦ ਤੌਰ 'ਤੇ MLA ਬਣੇ ਜੀ। ਉਸ ਤੋਂ ਬਾਅਦ ਉਹਨਾਂ ਨੇ ਫਿਰ ਉਹਦੇ ਨਾਲ ਗਠਬੰਧਨ ਕਰ ਲਿਆ ਜੀ। ਗਠਬੰਧਨ ਕਰਨ ਤੋਂ ਬਾਅਦ ਫਿਰ ਆਜ਼ਾਦ ਤੌਰ 'ਤੇ MP ਲੜ ਪਏ ਜੀ। ਉਸ ਤੋਂ ਬਾਅਦ ਜਿਹੜੇ ਹਾਲਾਤ ਬਣ ਗਏ ਤੇ ਉਦੋਂ ਸਾਰੇ ਜਿਹੜੇ ਸੰਗਠਨ ਦੇ ਮੈਂਬਰ ਸੀ ਜਾਂ ਸਾਰੇ ਅਸੀਂ ਜਿਵੇਂ ਮਿੱਤਰ ਸੱਜਣ ਸੀ ਜਿਹੜੇ ਵੀ ਨਾਲ ਕੰਮ ਕਰ ਰਹੇ ਸੀ, ਅਸੀਂ ਇਹੀ ਡਿਸੀਜਨ ਕੀਤਾ ਵੀ ਜਦੋਂ ਤੁਸੀਂ ਕੋਈ ਵੀ ਡਿਸੀਜਨ ਲੈਂਦੇ ਹੋ ਸਾਨੂੰ ਦੱਸਦੇ ਨਹੀਂ। ਜਦੋਂ ਤੁਸੀਂ ਕੋਈ ਵੀ ਪਾਰਟੀ ਨਾਲ ਜੁੜਨਾ ਕਰਨਾ ਤੁਸੀਂ ਬਾਹਰ ਹੋ ਜਾਂਦੇ ਹੋ। ਬੜੇ ਇਸ ਨੂੰ ਚੰਗਾ ਫਿਰ ਇਹ ਵੀ ਅਸੀਂ ਰੋਜ਼ ਪਾਰਟੀਆਂ ਬਦਲਣ ਨਾਲੋਂ ਵੀ ਆਪਣੀ ਕਿਉਂ ਨਾ ਪਾਰਟੀ ਬਣਾ ਲਈ ਜਾਵੇ। ਠੀਕ ਹੈ ਜੀ। ਜੇ ਆਪਾਂ ਜਿਹੜੀ ਇਨਕਲਾਬ ਦੀ ਗੱਲ ਕਰਦੇ ਆ ਉਹ ਦੂਸਰੇ ਦੇ ਝੰਡੇ ਦੇ ਲੜਨ ਨਾਲੋਂ ਆਪਣਾ ਇੱਕ ਝੰਡਾ ਬਣਾ ਲੈਣਾ ਚਾਹੀਦਾ। ਠੀਕ ਹੈ ਜੀ। ਔਰ ਉਹਦੇ ਵਿੱਚ ਕੀ ਹੈ ਜਿਹੜਾ ਇਨਸਾਫ ਦੀ ਆਪਾਂ ਗੱਲ ਕਰਦੇ ਹਾਂ, ਇਨਸਾਫ ਲਫ਼ਜ਼ ਇਸ ਕਰਕੇ ਵੀ ਲੋਕ ਨੁਮਾਇੰਦਾ ਕਿਉਂ ਚੁਣਦੇ ਨੇ। ਲੋਕ ਨੁਮਾਇੰਦਾ ਇਸ ਲਈ ਚੁਣਦੇ ਨੇ ਵੀ ਸਾਡੇ ਹੱਕਾਂ ਦੀ ਆਵਾਜ਼ ਬਣੂਗਾ, ਸਾਡੇ ਹੱਕਾਂ ਲਈ ਲੜੂਗਾ। ਕਿਉਂਕਿ ਵਿਧਾਨ ਸਭਾ ਇੱਕ ਐਸੀ ਜਗ੍ਹਾ ਜਿੱਥੇ ਨਿਆਂ ਨੂੰ ਪਾਲਣ ਕਰਾਉਣ ਵਾਲੇ ਲੋਕਾਂ ਨੂੰ ਚੁਣ ਕੇ ਭੇਜਿਆ ਜਾਂਦਾ ਹੈ। ਕਾਨੂੰਨ ਆਲਰੇਡੀ ਦੇਸ਼ 'ਚ ਹੈ, ਬਿਊਰੋਕਰੇਟਸ ਹੈ, ਉਹ ਸਾਰੇ ਉਸ ਕੰਮਕਾਜ ਨੂੰ ਦੇਖਣ ਲਈ, ਉਸ ਕੰਮਕਾਜ ਦੇ ਉੱਤੇ ਨਿਗਰਾਨੀ ਲਈ, ਉਸ ਕੰਮਕਾਜ ਦੀ ਸਰਵੇਖਣ ਕਰਨ ਲਈ ਆਪਾਂ ਲੋਕ ਨੁਮਾਇੰਦਾ ਚੁਣਦੇ ਹਾਂ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਇਸ ਕਰਕੇ ਉਹ ਲੋਕ ਇਨਸਾਫ ਪਾਰਟੀ ਰੱਖੀ ਗਈ ਹੈ। ਜਦੋਂ ਉਹ ਪਾਰਟੀ ਦਾ ਨਾਮ ਅਸੀਂ ਲੋਕ ਇਨਸਾਫ ਪਾਰਟੀ ਰੱਖ ਲਿਆ ਤੇ ਸਾਡੀ ਡਿਊਟੀ ਵੀ ਬਣਦੀ ਹੈ। ਲੋਕ ਸਾਨੂੰ ਚੁਣਦੇ ਨੇ, ਸਾਨੂੰ ਪਿਆਰ ਕਰਦੇ ਨੇ, ਲੋਕ ਸਾਨੂੰ ਅੱਖਾਂ 'ਤੇ ਬਿਠਾਉਂਦੇ ਨੇ, ਸਿਰ ਮੋਢਿਆਂ 'ਤੇ ਚੱਕਦੇ ਨੇ ਤੇ ਸਾਡਾ ਫਰਜ਼ ਬਣਦਾ ਅਸੀਂ ਲੋਕਾਂ ਨੂੰ ਇਨਸਾਫ ਹੀ ਲੈ ਕੇ ਦਈਏ। ਪਰ ਜਦੋਂ ਉਹ ਚੀਜ਼ਾਂ ਨਹੀਂ ਹੁੰਦੀਆਂ ਤੇ ਮੇਰੇ ਵਰਗੇ ਸਾਰੇ ਸਾਥੀ ਸਾਈਡ 'ਤੇ ਹੋ ਜਾਂਦੇ ਨੇ। ਜੀ। ਗੱਲਬਾਤ ਕਰੀਏ ਅੱਜ ਦੇ ਟਾਈਮ 'ਚ ਇਹਨਾਂ ਦੇ ਬੜੇ ਗੰਭੀਰ ਆਰੋਪ ਲੱਗੇ ਹੈ। FIR ਦਰਜ ਹੋਣ ਦੇ ਆਰਡਰ ਹੋਣ ਤੋਂ ਬਾਅਦ FIR ਦਰਜ ਵੀ ਹੋ ਗਈ ਹੈ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਨੈਤਿਕਤਾ ਦੇ ਆਧਾਰ 'ਤੇ 7 ਮਹੀਨੇ ਬਾਅਦ ਇੱਕ ਭੈਣ ਨੂੰ ਇੱਦਾਂ ਦਾ ਇੱਕ ਉਹਨਾਂ ਤੋਂ ਥੋੜ੍ਹਾ ਜਿਹੀ ਉਮੀਦ ਦੀ ਕਿਰਨ ਜਾਗੀ ਹੈ? ਹਜੇ ਵੀ ਮਤਲਬ ਸਿਰਫ FIR ਹੋਈ ਹੈ, ਕੋਈ ਪ੍ਰਮਾਣ ਨਹੀਂ ਹੋਇਆ, ਪਰ ਕੀ FIR ਹੋਣ 'ਚ ਇੱਦਾਂ ਟਾਈਮ ਲੱਗਣਾ ਚਾਹੀਦਾ? ਇੱਕ ਆਮ ਆਦਮੀ ਲਈ ਕਾਨੂੰਨ ਹੋਰ ਹੈ ਤੇ MLA ਲਈ ਕਾਨੂੰਨ ਹੋਰ ਹੈ, ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਿਹੜੀ ਇਹ ਕਾਰਵਾਈ ਹੋਈ ਹੈ 6-7 ਮਹੀਨੇ ਦੀ, ਜੀ, ਬੜਾ ਮੰਦਭਾਗਾ ਕੰਮ ਹੈ। ਬਟ ਮੈਂ ਇਸ ਗੱਲ ਤੋਂ ਵੀ ਖੁਸ਼ ਹਾਂ ਵੀ ਅੱਗੇ ਪੰਜਾਬ 'ਚ ਇਲੈਕਸ਼ਨ ਆਉਣ ਦਾ ਸਮਾਂ ਹੋ ਗਿਆ। ਲੋਕਾਂ ਦੇ ਅੱਗੇ ਇੱਕ ਬਹੁਤ ਵੱਡਾ ਕਾਨੂੰਨ ਦਾ ਜਨਾਜ਼ਾ ਜਿਹੜਾ ਨਿਕਲ ਰਿਹਾ ਉਹ ਸਾਹਮਣੇ ਆ ਗਿਆ। ਉਹ ਕਿਵੇਂ? ਜਿਹੜੇ ਬੰਦਿਆਂ ਨੂੰ ਅਸੀਂ ਚੁਣ ਕੇ ਆਪਣੇ ਹੱਕਾਂ ਦੀ ਲੜਾਈ ਲਈ ਜਾਂ ਸਾਡੇ ਨੂੰ ਇਨਸਾਫ ਲੈ ਕੇ ਦੇਵਾਂਗੇ, ਉਹਨਾਂ ਨੂੰ ਅਸੀਂ ਉੱਥੇ ਭੇਜਦੇ ਹਾਂ। ਜਦੋਂ ਉਹਨਾਂ ਦੇ ਉੱਤੇ ਕੋਈ ਦਾਗ ਲੱਗਦਾ ਜਾਂ ਕਾਰਵਾਈ ਹੁੰਦੀ ਹੈ ਤੇ ਕਾਨੂੰਨ ਆਪਣਾ ਕੰਮ ਨਹੀਂ ਕਰਦਾ। ਇੱਥੋਂ ਦੇਖਣ ਨੂੰ ਮਿਲਦਾ ਹੈ ਵੀ ਕਾਨੂੰਨ ਕਿੰਨਾ ਕੁ ਕਮਜ਼ੋਰ ਹੋ ਗਿਆ। ਉਹਦੀ ਅੱਖਾਂ 'ਤੇ ਪੱਟੀ ਵਾਕਈ ਬਣ ਕੇ ਰੱਖੀ ਹੋਈ ਹੈ ਮੂਰਤੀ ਦੀ ਜਿਹੜੀ ਹੁੰਦੀ ਹੈ। ਦੇਖੋ, ਚਾਹੇ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰ ਲਈਏ, ਚਾਹੇ ਕੁਲਦੀਪ ਸੈਂਗਰ ਦਾ ਨਾਮ ਆਉਂਦਾ, ਚਾਹੇ ਸੁੱਚਾ ਸਿੰਘ ਲਗਾਹ ਦੀ ਗੱਲ ਕਰ ਲਈਏ, ਬਲਾਤਕਾਰ ਵਰਗਾ ਘਿਨੌਣਾ ਇਲਜ਼ਾਮ ਲੱਗਣਾ, ਛੋਟੇ ਮੋਟੇ ਕਰਪਸ਼ਨ ਦੀ ਗੱਲ ਹੋਣੀ ਜਾਂ ਦੂਜੀ ਹੋਣੀ, ਆਪਾਂ ਰਾਜਨੀਤਿਕ ਸਟੇਟਮੈਂਟ ਦੇ ਦਿੰਦੇ ਹਾਂ ਦੀ ਵੀ ਰਾਜਨੀਤੀ ਤੋਂ ਪ੍ਰੇਰਿਤ ਹੈ ਜਾਂ ਦੂਜਾ। ਇੱਕ ਔਰਤ ਖੁਦ ਸਾਹਮਣੇ ਚੱਲ ਕੇ ਆ ਰਹੀ ਹੈ, ਹੱਥੀਂ ਲਿਖਤ ਸਟੇਟਮੈਂਟ ਦੇ ਰਹੀ ਹੈ, ਹੱਥੀਂ ਲਿਖਤ ਬਿਆਨ ਦੇ ਰਹੀ ਹੈ, ਜਿਹੜੇ ਉਹਨੇ WhatsApp ਦੇ ਸਾਰੇ ਪ੍ਰੂਫ ਦਿੱਤੇ ਨੇ, ਸਾਰੀ ਕਾਰਵਾਈਆਂ ਉਹਨੇ ਦਿੱਤੀਆਂ ਨੇ। ਬੈਂਸ ਨੇ ਖੁਦ ਮੰਨਿਆ ਵੀ ਹੈ ਵੀ ਹਾਂ ਵੀ ਮੇਰੀ ਚੈਟਿੰਗ ਹੋਈ ਹੈ, ਮੇਰੀ ਗੱਲ ਹੋਈ ਹੈ। ਠੀਕ ਹੈ, ਜਦ ਉਹ ਖੁਦ ਐਗਰੀ ਕਰ ਰਿਹਾ ਫਿਰ ਵੀ ਪੁਲਿਸ ਉਹਦੇ 'ਤੇ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਸੁਪਰੀਮ ਕੋਰਟ ਨੇ ਇਹ ਕਿਹਾ। IPC 'ਚ ਅਮੈਂਡਮੈਂਟਾਂ ਹੋ ਚੁੱਕੀਆਂ ਨੇ। ਕੋਈ ਵੀ ਔਰਤ ਨੂੰ ਆਪਾਂ ਕਹਿੰਦੇ ਸਨਮਾਨ ਦੇ ਲਈ ਧਾਰਾਂ ਜਾਂ ਇਹ ਚੀਜ਼ਾਂ ਨੂੰ ਕਹਿੰਦੇ ਨੇ ਵੀ ਸਮੇਂ ਦੀਆਂ ਸਰਕਾਰਾਂ ਨੇ ਦਿੱਤਾ, ਅਦਾਲਤਾਂ ਨੇ ਵੀ ਦਿੱਤਾ ਵੀ ਔਰਤ ਦੀ ਨਾਰੀ ਸ਼ਕਤੀ ਲਈ ਉਹਨੂੰ ਸਨਮਾਨ ਲਈ ਦਿੱਤਾ। ਪਰ ਜਦੋਂ ਕਰਦੇ ਹਾਂ ਮੋਢੇ ਨਾਲ ਮੋਢਾ ਨਾਲ ਤੋੜਨ ਦੀ ਗੱਲ ਕਰਦੇ ਹਾਂ, ਅਸੀਂ ਮਾਈ ਭਾਗੋ ਦੀ ਗੱਲ ਕਰਦੇ ਹਾਂ, ਅਸੀਂ ਲక్ష్ਮੀ ਬਾਈ ਦੀ ਗੱਲ ਕਰਦੇ ਹਾਂ, ਰਾਣੀ ਝਾਂਸੀ ਦੀ ਗੱਲ ਕਰਦੇ ਹਾਂ, ਬੜੀਆਂ ਗੱਲਾਂ ਨੇ। ਠੀਕ ਹੈ ਨਾ। ਬਟ ਜਦੋਂ ਇਹੋ ਜਿਹੀ ਜਗ੍ਹਾ 'ਤੇ ਇੱਕ ਪ੍ਰੋਮੀਨੈਂਟ ਪਰਸਨ ਦੇ ਉੱਤੇ ਅਗਰ ਆ ਜਾਂਦਾ ਹੈ, ਉੱਥੇ ਕਾਨੂੰਨ ਨੂੰ ਛਿੱਕੇ ਕਿਉਂ ਟੰਗਿਆ ਜਾਂਦਾ? FIR ਹੋਣੀ ਔਰ ਦੋਸ਼ੀ ਸਾਬਤ ਹੋਣਾ ਦੋ ਗੱਲਾਂ ਨੇ। ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ। FIR ਹੋਣੀ ਔਰ ਦੋਸ਼ੀ ਸਾਬਤ ਹੋਣਾ ਦੋ ਗੱਲਾਂ ਨੇ। FIR ਦਾ ਮਤਲਬ ਇਹ ਨਹੀਂ ਹੈ ਵੀ ਤੁਹਾਡੇ ਤੇ ਪਰਚਾ ਦਰਜ ਹੋ ਗਿਆ ਤਾਂ ਤੁਸੀਂ ਸਾਬਤ ਹੋ ਗਏ। ਉਹ ਸਾਬਤ ਕਰਨ ਲਈ ਅਦਾਲਤਾਂ ਨੇ। ਜੇ ਸਿਮਰਜੀਤ ਸਿੰਘ ਬੈਂਸ ਆਪਣੇ ਆਪ ਨੂੰ ਇਨਸਾਫ ਪ੍ਰਸਤ ਕਹਿੰਦਾ, ਆਪਣੇ ਆਪ ਨੂੰ ਇਮਾਨਦਾਰ ਕਹਿੰਦਾ, ਤਾਂ ਕਿਉਂ ਨਹੀਂ ਥਾਣੇ 'ਚ ਗਿਆ? ਜੇ ਮੈਂ ਜਦੋਂ ਮੰਨ ਹੀ ਰਿਹਾ ਤੇ ਉਹ ਕਹਿੰਦਾ ਵੀ ਮੇਰੇ ਖਿਲਾਫ ਪਰਚਾ ਦਰਜ ਕਰੋ ਜਾਂਦੀ, CBI ਇਨਕੁਆਇਰੀ ਕਰਾਓ, ਜੋ ਸਾਰੀਆਂ ਇਨਕੁਆਇਰੀਆਂ ਕਰਾਉਣੀਆਂ ਚਾਹੀਦੀਆਂ ਸੀ, ਆਪਣੇ ਫੋਨ ਜਮ੍ਹਾਂ ਕਰਾਉਣੇ ਚਾਹੀਦੇ ਸੀ। ਬਿਲਕੁਲ ਠੀਕ ਹੈ ਜੀ। ਤੇ ਤੁਸੀਂ ਹੁਣ ਜਿਹੜਾ ਇਹ ਪਰਚਾ ਹੋਣ ਨਾਲ ਇਹਦਾ ਲੋਕ ਇਨਸਾਫ ਪਾਰਟੀ ਦਾ ਪਲੱਸ ਸਿਮਰਜੀਤ ਸਿੰਘ ਬੈਂਸ ਦਾ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਨੂੰ ਕਿਸ ਐਂਗਲ ਨਾਲ, ਕਿਸ ਨਜ਼ਰੀਏ ਨਾਲ ਦੇਖਦੇ ਹੋ, ਇਹਦਾ ਕੀ ਪ੍ਰਭਾਵ ਪਏਗਾ? ਦੇਖੋ, ਪਰਚਾ ਹੋਣ ਦੇ ਉੱਤੇ ਗੱਲ ਮੈਂ ਇੱਕ ਤੁਹਾਨੂੰ ਜ਼ਰੂਰ ਇਹਦੇ 'ਚ ਐਡ ਕਰ ਦਿਆਂ
ਇਹ ਨਿਆਂ ਦੀ ਜਿੱਤ ਹੋਈ ਜੀ ਇਸ ਗੱਲ ਤੋਂ ਇੱਕ ਗੱਲ ਸਮਝ ਲੈਣਾ ਚਾਹੀਦਾ ਲੋਕਾਂ ਨੂੰ ਜਿਹੜੇ ਬਹੁਤ ਸਾਰੇ ਲੋਕ ਇਹੋ ਜਿਹੇ ਲੀਡਰਾਂ ਦੇ ਅੱਗੇ ਮੇਰੇ ਵਰਗੇ ਯੂਥ ਵੀ ਭੜਕ ਜਾਂਦੇ ਨੇ 10-10 ਸਾਲ ਇਹਨਾਂ ਪਿੱਛੇ ਗਾਲ ਲੈਂਦੇ ਨੇ ਤੇ ਮੁੜ ਕੇ ਪਤਾ ਲੱਗਦਾ ਵੀ ਸਿਰਫ ਇਨਕਲਾਬ ਜਿੰਦਾਬਾਦ ਨਾਰਾ ਹੀ ਲਵਾਇਆ ਜਾਂਦਾ ਇਨਕਲਾਬ ਮਿਲਦਾ ਨਹੀਂ ਹੈਗਾ ਇਹ ਆਪਣਾ ਇਨਕਲਾਬ ਬਣਾ ਕੇ ਤੇ ਸਾਈਡ ਤੇ ਹੋ ਜਾਂਦੇ ਨੇ ਜਿੰਨੇ ਵੀ ਮੁੱਦੇ ਇਹਨਾਂ ਨੇ ਕੀਤੇ ਕੈਸ਼ ਕੀਤੇ ਕਿਸੇ ਜਗ੍ਹਾ ਤੇ ਕੋਈ ਵੀ ਇਨਸਾਫ ਕਿਸੇ ਨੂੰ ਮਿਲਿਆ ਹੋਵੇ ਤਾਂ ਦੱਸ ਦਿਓ ਜੇ ਇਨਸਾਫ ਪ੍ਰਸਤੀ ਤਾਂ ਖੁਦ ਜਾ ਕੇ ਆਪਣੇ ਉੱਤੇ ਕਾਰਵਾਈ ਕਰਾਉਣ ਨੂੰ ਪੈਂਦੇ ਧਰਨਾ ਖੁਦ ਲਾਉਂਦੇ ਵੀ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਮੈਂ ਤੁਹਾਡੇ ਸੀਪੀ ਆਫਿਸ ਦੇ ਬਾਹਰ ਬੈਠਾ ਇਹਦੇ ਤੇ ਇਨਕੁਆਇਰੀ ਕਰੋ ਹਫਤੇ 10 ਦਿਨ ਜਿੰਦਾ ਰਿਜ਼ਲਟ ਕੱਢ ਕੇ ਦਿਓ ਵੀ ਮੇਰੇ ਖਿਲਾਫ ਜਿਹੜੇ ਦੋਸ਼ਾਂ ਲੱਗ ਰਹੇ ਪਰ ਨਹੀਂ ਹੋਇਆ ਆਪਣੀਆਂ ਸੈਟਿੰਗਾਂ ਦੇ ਵਿੱਚ ਰਹੇ ਸਭ ਕੁਝ ਰਹੇ ਹੁਣ ਦੂਸਰੇ ਪਾਸੇ ਜਿਹੜੀ ਮੈਂ ਗੱਲ ਕਰ ਰਿਹਾ ਇੱਕ ਗੱਲ ਸਮਝ ਆ ਗਈ ਵੀ ਨਿਆਂ ਜਿਹੜਾ ਉਹ ਵਿਕਾਊ ਨਹੀਂ ਹੈਗਾ ਨਿਆਂ ਨੂੰ ਪਾਲਣ ਕਰਾਉਣ ਵਾਲੇ ਉਹ ਵਿਕਾਊ ਜ਼ਰੂਰ ਹੋ ਸਕਦਾ ਜਿਨ੍ਹਾਂ ਨੇ ਇਸ ਚੀਜ਼ ਨੂੰ ਉਹਦਾ ਮਜ਼ਾਕ ਬਣਾਇਆ ਜੀ ਹੁਣ ਪਰਚਾ ਦਰਜ ਹੋਣ ਤੋਂ ਬਗੈਰ ਦੀ ਜਿਹੜੀ ਮੈਂ ਤੁਹਾਨੂੰ ਦੱਸ ਦਿਆਂ ਸਿਆਸਤ ਦੀ ਗੱਲ ਹੈ ਪਿਛਲੀ ਇਲੈਕਸ਼ਨ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਮੋਢਿਆਂ ਤੇ ਚੜ੍ਹ ਕੇ ਲੜੇ ਬਟ ਹਲਕੇ ਦਾ ਰਿਜ਼ਲਟ ਜਿਹੜਾ ਬਿਲਕੁਲ ਜ਼ੀਰੋ ਰਿਹਾ ਕਿਉਂਕਿ ਇਸ ਗੱਲ ਉੱਤੇ ਮੇਰੀ ਕਈ ਵਾਰੀ ਬਹਿਸ ਵੀ ਹੁੰਦੀ ਰਹੀ ਕਈ ਵਾਰੀ ਉੱਥੇ ਹੋਣਾ ਕਿਉਂਕਿ ਰਿਜ਼ਲਟ ਤਾਂ ਤੁਹਾਡੇ ਸਾਹਮਣੇ ਹੈ ਬਹਿਸ ਦੋਨੋਂ ਭਰਾ ਐਮਐਲਏ ਜਿੱਤ ਗਏ ਤੇ ਆਪਣੇ ਦੋਨੋਂ ਹਲਕਿਆਂ 'ਚੋਂ 10 ਕੌਂਸਲਰ ਨਹੀਂ ਜਿਤਾ ਸਕੇ ਤੇ ਫਿਰ ਕਿੱਥੇ ਗਈ ਵੈਲਿਊਏਸ਼ਨ ਬਿਲਕੁਲ ਠੀਕ ਹੈ ਨਾ ਲੋਕੀ ਰਿਜ਼ਲਟ ਵੀ ਭਾਲਦੇ ਨੇ ਠੀਕ ਹੈ ਪੰਜਾਬ ਦੇ ਮੁੱਦੇ ਚੁੱਕਣਾ ਵੱਡੀ ਗੱਲ ਹੈ ਪੰਜਾਬ ਦੇ ਮੁੱਦੇ ਤਾਂ ਬਾਦਲ ਸਾਹਿਬ ਚੁੱਕੀ ਗਏ ਜਿੰਨੇ ਪੰਜਾਬ ਦੇ ਕਿੰਨੇ ਮੁੱਖ ਮੰਤਰੀ ਹੋ ਗਏ ਸਾਰੇ ਚੁੱਕੀ ਗਏ ਤੇ ਹੱਲ ਕਿੱਥੇ ਨਿਕਲਿਆ ਤੁਸੀਂ ਘੱਟੋ ਘੱਟ ਆਪਣੇ ਹਲਕੇ ਦਾ ਹੱਲ ਤਾਂ ਕੱਢ ਲਓ ਸਭ ਤੋਂ ਪਛੜਿਆ ਇਲਾਕਾ ਤੁਹਾਡਾ ਅੱਜ ਉਹ ਇਲਾਕੇ ਨੂੰ ਜਿਹੜੀ ਲੋੜ ਸੀ ਜਿੰਦੇ ਕਰਕੇ ਤੁਹਾਨੂੰ ਵੋਟਾਂ ਪਾਈਆਂ ਗਈਆਂ ਤੁਸੀਂ ਉਹਦਾ ਕੀਤਾ ਕੀ ਉਸ ਕਰਕੇ ਪਹਿਲੇ ਗ੍ਰਾਫ ਬਹੁਤ ਡਾਊਨ ਆ ਚੁੱਕਾ ਆਪਣੇ ਹਲਕੇ ਤੋਂ ਬਹੁਤ ਪਛੜ ਕੇ ਚੱਲ ਚੁੱਕੇ ਨੇ ਲੋਕ ਜਦੋਂ ਇਹੋ ਜਿਹੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਲੋਕ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਨੇ ਸਿਰਫ ਔਰ ਸਿਰਫ ਅਸੀਂ ਮੋਹਰ ਲਾਉਣ ਨੂੰ ਆਧਾਰ ਕਾਰਡ ਬਣਾਉਣ ਨੂੰ ਅਸੀਂ ਆਪਣੇ ਆਪ ਨੂੰ ਦੱਸ ਦਈਏ ਵੀ ਅਸੀਂ ਐਮਐਲਏ ਹਾਂ ਸਰ ਇੱਕ ਲੋਕਾਂ ਦੇ ਵਿੱਚ ਬੜੀ ਚਰਚਾਵਾਂ ਰਹੀਆਂ ਸਾਨੂੰ ਘੱਟ ਮੌਕਾ ਮਿਲਿਆ ਪਰ ਇਹ ਵੀ ਕਿਹਾ ਜਾਂਦਾ ਕਿ ਇਹ ਤਾਂ ਖੁਦ ਆਪਣੀ ਅਦਾਲਤਾਂ ਲਾਉਂਦੇ ਸੀ ਤੇ ਲੋਕਾਂ ਨੂੰ ਮੌਕੇ ਤੇ ਇਨਸਾਫ ਦਿੰਦੇ ਸੀ ਪਰ ਇਸ ਲੇਡੀ ਨੂੰ ਇਨਸਾਫ ਦੇਣ ਦੇ ਵਿੱਚ ਇਹ ਖੁਦ ਕਾਨੂੰਨੀ ਸ਼ਿਕੰਜੇ 'ਚ ਫਸ ਗਏ ਹੈ ਤੁਸੀਂ ਪਰਸਨਲ ਨੌਲ ਤੇ 12 ਸਾਲ ਦਾ ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਨਾਲ ਸਫ਼ਰ ਰਿਹਾ ਨਿੱਜੀ ਤੌਰ ਤੇ ਵੀ ਤੁਸੀਂ ਸਾਰੇ ਪਰਿਵਾਰ ਦੇ ਨਾਲ ਰਹੇ ਹੋ ਇਹਨਾਂ ਦੇ ਨਾਲ ਰਹੇ ਹੋ ਦੋਨੋਂ ਭਰਾਵਾਂ ਦੇ ਨਾਲ ਕਿਸ ਸੋਚ ਦੇ ਮਾਲਕ ਹੈਗੇ ਇਹ ਦੇਖੋ ਸੋਚ ਤਾਂ ਮੈਂ ਤੁਹਾਨੂੰ ਦੱਸ ਦਿਆਂ ਤਾਨਾਸ਼ਾਹੀ ਰਵੱਈਆ ਤਾਂ ਬਹੁਤ ਰਿਹਾ ਆਪਣੇ ਬਰਾਬਰ ਜਾਂ ਆਪਣੇ ਦੇ ਉੱਤੇ ਕਿਸੇ ਲੀਡਰ ਨੂੰ ਇਹਨਾਂ ਨੇ ਆਉਣ ਨਹੀਂ ਦਿੱਤਾ ਅੱਛਾ ਜੀ ਚਾਹੇ ਇਹਨਾਂ ਨੇ ਪੀਡੀਏ ਦੇ ਵਿੱਚ ਬਣਾ ਕੇ ਧਰਮਵੀਰ ਗਾਂਧੀ ਹੋ ਗਿਆ ਸੁਖਪਾਲ ਖਹਿਰਾ ਹੋ ਗਿਆ ਹੋਰ ਸਾਰੇ ਬਹੁਤ ਸਾਰੇ ਸੰਗਠਨ ਜਿਨ੍ਹਾਂ ਨਾਲ ਵੀ ਜੁੜੇ ਨੇ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਠੇਂਗਾ ਹੀ ਦਿਖਾਇਆ ਉਹਨਾਂ ਨੂੰ ਨੀਵਾਂ ਦਿਖਾਇਆ ਉਹਨਾਂ ਨੂੰ ਜ਼ੀਰੋ ਕਰਕੇ ਇਹਨਾਂ ਨੇ ਘਰ ਤੋਰਿਆ ਅੰਡਰ ਦਾ ਟੇਬਲ ਅਲਾਈਅੰਸ ਕਰਕੇ ਇਹਨਾਂ ਨੇ ਇਲੈਕਸ਼ਨ ਲੜ ਕੇ ਦੂਸਰੇ ਕੈਂਡੀਡੇਟਾਂ ਨੂੰ ਜਿਤਾਉਣ ਖਾਤਰ ਵੀ ਇਲੈਕਸ਼ਨ ਲੜੀਆਂ ਨੇ ਅੱਛਾ ਜੀ ਠੀਕ ਹੈ ਨਾ ਬੜਾ ਕੁਛ ਹੈ ਰਾਜਨੀਤੀ ਦੇ ਵਿੱਚ ਜਿਹੜਾ ਆਪਣਾ ਮੁਖੌਟਾ ਇਹਨਾਂ ਨੇ ਪਾਇਆ ਹੋਇਆ ਸੀਗਾ ਇਹ ਉਹ ਮੁਖੌਟੇ ਦਾ ਹੀ ਅਸਰ ਹੈ ਅੱਜ ਇਨਸਾਫ ਦੀ ਗੱਲ ਕੀਤੀ ਜਾਂਦੀ ਹੈ ਇਹ ਇਨਸਾਫ ਹੀ ਤਾਂ ਕਰਤਾ ਉਸ ਲੇਡੀ ਨਾਲ ਉਹ ਪੈਸੇ ਕਢਵਾਉਣਾ ਇਹਨਾਂ ਕੋਲ ਗਈ ਸੀ ਤੇ ਉਹਨਾਂ ਨੇ ਕੀਤਾ ਕੀ ਜਦ ਕਿ ਉਹ ਇਹਨਾਂ ਦੇ ਗਲੀ ਗੁਆਂਢ 'ਚ ਪੈਦਾ ਹੋਏ ਜਿਹੜੀ ਗਲੀ ਗੁਆਂਢ 'ਚ ਉੱਥੋਂ ਦੀ ਰਹਿਣ ਵਾਲੀ ਔਰਤ ਆ ਉਹਨੂੰ ਤਾਂ ਵੈਸੇ ਬੰਦਾ ਭੈਣਾਂ ਦਾ ਸਰੂਪ ਦੇਖਦਾ ਵੀ ਆਂਢ ਗੁਆਂਢ ਵਾਲੀ ਔਰਤ ਨੂੰ ਜੇ ਅੱਜ ਉਹ ਦਾਗ ਲਾ ਰਹੀ ਹੈ ਦਾਅਵਾ ਕਰ ਰਹੀ ਹੈ ਤੇ ਇਹ ਕਿਉਂ ਭੱਜ ਰਹੇ ਨੇ ਹੁਣ ਇੱਕ ਔਰਤ ਗਲਤ ਹੋ ਸਕਦੀ ਹੈ ਦੂਸਰੀ ਔਰਤ ਉਹ ਵੀ ਗਲਤ ਹੈ ਤੀਜੀ ਔਰਤ ਕਮਲ ਸਿੰਘ ਕੜਵਲ ਨੇ ਆਡੀਓ ਸੁਣਾਈ ਉਹ ਵੀ ਗਲਤ ਹੈ ਕਿੰਨੀਆਂ ਔਰਤਾਂ ਗਲਤ ਹੋ ਸਕਦੀਆਂ ਇਸ ਗੱਲ ਲਈ ਉਹਨਾਂ ਨੂੰ ਆਪਣਾ ਪਾਕ ਸਾਫ ਜੇ ਹੈਗੇ ਨੇ ਇਨਸਾਫ ਦੇਣ ਲਈ ਆਹ ਪਾਉਣਾ ਚਾਹੀਦਾ ਸੀ ਸਾਹਮਣੇ ਨਾ ਕਿ ਹੱਥਕੰਡੇ ਅਪਣਾ ਕੇ ਪੈਂਤਰੇ ਖੇਡ ਕੇ ਜਾਂ ਪਤਾ ਨਹੀਂ ਕਿਹੜਾ ਅੰਡਰ ਦੀ ਟੇਬਲ ਸੈਟਅਪ ਸੀਗਾ ਜਿਹੜਾ ਇਹਨਾਂ ਨੂੰ ਕਾਨੂੰਨ ਦੇ ਰਸਤੇ ਤੋਂ ਬਚਾ ਰਿਹਾ ਸੀਗਾ ਪਰ ਕਿਹਾ ਜਾਂਦਾ ਇਹ ਤਾਂ ਖੁਦ ਬੜੇ ਵੱਡੇ ਕਾਰੋਬਾਰੀ ਹੈਗੇ ਹੈ ਔਰ ਚੰਗਾ ਇਹਨਾਂ ਦਾ ਰਸੂਖ ਹੈ ਮੋਨੋਪੋਲੀ ਇਹਨਾਂ ਦੀ ਵਪਾਰ ਦੇ ਵਿੱਚ ਵੀ ਮੋਨੋਪੋਲੀ ਕਹੀ ਜਾਂਦੀ ਹੈ ਪਰ ਐਡਾ ਵੱਡਾ ਕਾਰੋਬਾਰੀ ਵਪਾਰੀ ਇਹ ਤਾਂ ਅਸੀਂ ਅਕਸਰ ਦੇਖਿਆ ਜਾਂਦਾ ਕਿ ਉਹ ਤਾਂ ਦਾਨ ਪੁੰਨ ਕਰਦਾ ਤਾਂ ਨਜ਼ਰ ਆਉਂਦਾ ਉਹ ਇਹ ਜੇ ਪੋਲੀਟੀਸ਼ੀਅਨ ਚਲੋ ਬਣ ਵੀ ਗਿਆ ਤੇ ਸੁਧਾਰ ਲਈ ਬਣੇਗਾ ਉਹ ਚੋਰੀਆਂ ਠੱਗੀਆਂ ਜਾਂ ਇਦਾਂ ਦੀਆਂ ਚੀਜ਼ਾਂ ਕਿਉਂ ਕਰੇਗਾ ਇਹ ਦੱਸੋ ਦਾਨ ਪੁੰਨ ਤਾਂ ਇਹਨਾਂ ਨੇ ਕੀਤਾ ਜੀ ਤੁਸੀਂ ਪਿਛਲੇ ਸਾਲ ਕਰੋਨਾ ਲੋਕਡਾਊਨ ਕਰਫਿਊ ਜਦੋਂ ਲੱਗੇ ਸੀ ਦੇਖਿਆ ਹੀ ਹੈ ਸਰਕਾਰੀ ਬੋਰੀਆਂ ਦੇ ਵਿੱਚੋਂ ਕੱਢ ਕੇ ਆਪਣੇ ਲਿਫਾਫਿਆਂ ਦੇ ਫੋਟੋਆਂ ਲਾ ਕੇ ਇਹ ਸਰਵ ਕਰ ਰਹੇ ਲੋਕਾਂ ਨੂੰ ਦੱਸ ਰਹੇ ਨੇ ਇਹ ਦਾਨ ਪੁੰਨ ਕੀਤਾ ਮੈਂ ਕਹਿੰਦਾ ਕਿਉਂ ਜਿਹੜਾ ਉਹ ਚਾਹੇ ਉਹਦੇ ਤੇ ਕੈਪਟਨ ਦੀ ਫੋਟੋ ਲੱਗੀ ਹੈ ਚਾਹੇ ਮੋਦੀ ਦੀ ਲੱਗੀ ਹੈ ਜਾਂ ਕਿਸੇ ਲੱਗੀ ਉਹ ਆਮ ਜਨਤਾ ਦੇ ਪੈਸੇ ਦਾ ਤੁਸੀਂ ਆਪਣੀ ਵੋਟ ਬੈਂਕ ਦੀ ਰਾਜਨੀਤੀ ਜਾਂ ਆਪਣੇ ਆਪ ਨੂੰ ਪ੍ਰਮੋਟ ਖਾਤਰ ਕਿਉਂ ਇਹ ਲੋਕ ਲੀਡਰ ਕਰਦੇ ਨੇ ਚੋਰੀ ਦੀ ਗੱਲ ਕੀਤੀ ਜਾਂਦੀ ਹੈ ਇਹਨਾਂ ਦੇ ਉੱਤੇ ਬਿਜਲੀ ਦਾ ਪਰਚਾ ਅੱਜ ਵੀ ਚੱਲਦਾ ਪਿਆ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਅੱਛਾ ਬਿਜਲੀ ਚੋਰੀ ਮਤਲਬ ਉਹ ਕਿੱਥੇ ਕੀਤੀ ਸੀ ਆਫਿਸ ਦੇ ਵਿੱਚ ਇਹਨਾਂ ਦੀ ਫੈਕਟਰੀ ਦੇ ਉੱਤੇ ਗਿੱਲਾ ਪਿੰਡ ਦੇ ਉੱਤੇ ਇਹਨਾਂ ਦੇ ਕੇਸ ਕੀਤਾ ਹੋਇਆ 12 ਲੱਖ ਦੇ ਜੁਰਮਾਨੇ ਮੇਰੇ ਕੋਲ ਡਾਟਾ ਪਿਆ ਮੈਂ ਤੁਹਾਨੂੰ ਦਿਖਾ ਦਿਆਂਗਾ ਜਿਹੜਾ ਕੇਸ ਅੱਜ ਵੀ ਮਾਨਯੋਗ ਅਦਾਲਤ ਦੇ ਵਿੱਚ ਪੈਂਡਿੰਗ ਹੈ ਓਕੇ ਦੂਸਰੇ ਪਾਸੇ ਮੈਂ ਇੱਕ ਆਰਟੀਆਈ ਪਿੱਛੇ ਪਾਈ ਸੀ ਆਪਣੇ ਉਹਨੇ ਇਮਾਨਦਾਰ ਦੱਸਦੇ ਇਹਨਾਂ ਦੇ ਉੱਥੇ ਰੋਡ ਦੇ ਉੱਤੇ ਕਈ ਫੈਕਟਰੀਆਂ ਦੀ ਐਨਓਸੀ ਕੈਂਸਲ ਹੋ ਗਈ ਅੱਛਾ ਜੀ ਮਾਸਟਰ ਪਲਾਨ 'ਚ ਉਹ ਫੈਕਟਰੀਆਂ ਨਹੀਂ ਲੱਗ ਸਕਦੀਆਂ 2009 ਕਿ 2007 ਤੋਂ ਪਹਿਲਾਂ ਜਿਹੜੀਆਂ ਉੱਥੇ ਇੰਡਸਟਰੀ ਸੈਟਲ ਸੀਗੀ ਉਹਨੂੰ ਪਰਮਿਸ਼ਨ ਸੀਗੀ ਆਫਟਰ ਦੈਟ ਨਹੀਂ ਹੋ ਸਕਦੀ ਇਹਨਾਂ ਨੇ
ਕਿਉਂ ਨਹੀਂ ਉਹਨਾਂ ਲੋਕਾਂ ਦਾ ਸਾਥ ਕੀਤਾ। ਪਰ ਇਹਨਾਂ ਦਾ ਆਰਟੀਆਈ 'ਚ ਮੇਰੇ ਕੋਲ ਪ੍ਰੂਫ ਹੈ, ਰਿਟਨ ਪ੍ਰੂਫ ਹੈ ਆਰਟੀਆਈ 'ਚ ਗਲਾਡਾ ਦਾ, ਜਿੰਦੇ ਚਾਹੁੰਦੇ ਉਹਨਾਂ ਨੇ ਕਿਹਾ ਸਾਡੇ ਕੋਲ ਉੱਥੇ ਕੋਈ ਡਾਟਾ ਹੈ ਨਹੀਂ। ਤੇ ਉੱਥੇ ਉਹਨਾਂ ਦੇ ਘੱਟੋ ਘੱਟ 15-16 ਭੱਠੀਆਂ ਤੋਂ ਵੱਧ ਇਹ ਲੱਗੀਆਂ ਹੋਈਆਂ, ਐਡੇ ਸ਼ੈੱਡ ਲੱਗੇ ਨੇ, ਤੇ ਕਿਸੇ ਨੂੰ ਪਤਾ ਹੀ ਨਹੀਂ ਤੁਹਾਡੀਆਂ ਭੱਠੀਆਂ ਕਿੱਦਾਂ ਚੱਲ ਜਾਂਦੀਆਂ, ਤੁਹਾਡੀਆਂ ਫੈਕਟਰੀਆਂ ਕਿੱਦਾਂ ਚੱਲ ਜਾਂਦੀਆਂ। ਬਿਲਕੁਲ ਠੀਕ ਹੈ ਜੀ। ਔਰ ਇਹ ਗੱਲਾਂ ਦਾ ਪ੍ਰਮਾਣ ਤਾਂ ਮਿਸਟਰ ਬੈਂਸ ਨੇ ਪਿਛਲੀ ਇਲੈਕਸ਼ਨ ਦੇ ਵਿੱਚ ਪਿਛਲੀ ਪ੍ਰੈਸ ਕਾਨਫਰੰਸ ਉਹਨਾਂ ਨੇ ਆਪ ਹੀ ਕਹਿਤਾ ਸੀ, ਮੇਰੇ ਤੇ ਬਿਜਲੀ ਚੋਰ, ਮੇਰੇ ਰੇਤਾ ਚੋਰ, ਬੈਣੀਪਾਲ ਨੂੰ ਕੁੱਟਿਆ। ਮੈਂ ਖੁਦ ਗਵਾਵਾਂ, ਬੈਣੀਪਾਲ ਤੇ ਜਦੋਂ ਅਟੈਕ ਹੋਇਆ ਸਾਨੂੰ ਧਰਨਾ ਨਾਲ ਹੀ ਖੁਦ ਬੈਂਸ ਨੇ ਬੁਲਾ ਕੇ ਭੇਜਿਆ। ਮੈਂ ਇਸ ਲਈ ਗੱਲ ਸਰਕਾਰੀ ਗਵਾਹ ਵੀ ਬਣਨ ਨੂੰ ਤਿਆਰ ਹਾਂ। ਅੱਛਾ ਜੀ। ਇਹ ਤਾਂ ਬਾਅਦ ਚੋਂ ਸਾਨੂੰ ਸਮਝ ਆਇਆ ਨਾ ਵੀ ਇਹਨੇ ਕੀਤਾ ਕੀ ਆ। ਬਿਲਕੁਲ ਠੀਕ ਹੈ ਜੀ। ਜੋ ਬੈਣੀਪਾਲ ਨੇ ਕਿਹਾ ਜਾਂ ਜੋ ਹੋਇਆ ਸੀ ਉਹ ਤਾਂ ਯੂਥ ਸੀਗੇ, ਬਿਲਕੁਲ ਠੀਕ। ਯੂਥ ਇਨਕਲਾਬ ਹਾਂ ਵੀ ਚੰਗਾ ਬੰਦਾ ਮਗਰ ਲੱਗ ਕੇ ਝੰਡਾ ਚੁੱਕੀ ਦੌੜਦੇ ਰਹੇ। ਜਦੋਂ ਹੌਲੀ ਹੌਲੀ ਸਮਝ ਆਉਂਦਾ ਗਿਆ ਅਸੀਂ ਸਾਈਡ ਤੇ ਹੁੰਦੇ ਗਏ। ਜੀ। ਹੁਣ ਦੂਸਰੇ ਪਾਸੇ ਜਿਹੜੀ ਇਹ ਗੱਲ ਕਰਦੇ ਨੇ, ਜੇ ਇਹਨੇ ਇਮਾਨਦਾਰ ਨੇ ਆਪਣੇ ਡਾਟਾ ਕਿਉਂ ਨਹੀਂ ਦਿੰਦੇ। ਜੀ। ਮੈਂ ਪਿੱਛੇ ਇਹਨਾਂ ਨੇ ਜੇ ਇਹਨਾਂ ਦੇ ਖਿਲਾਫ ਕੋਈ ਆਵਾਜ਼ ਉਠਾਉਂਦਾ, ਬੀਬੀ ਮਾਣਕੂ ਨੇ ਉਠਾਈ ਜਾਂ ਕਿਸੇ ਨੇ ਉਠਾਈ, ਇਹ ਜਾਲੀ ਸਰਟੀਫਿਕੇਟਾਂ ਦੀ ਗੱਲ ਲੈ ਕੇ ਆ ਗਏ। ਮੈਂ ਮਿਸਟਰ ਬੈਂਸ ਨੂੰ ਤੁਹਾਡੇ ਚੈਨਲ ਲਈ ਇਹ ਚੈਲੰਜ ਕਰਦਾ, ਅਗਰ ਤੂੰ ਇਮਾਨਦਾਰ ਹੈ, ਤੂੰ ਐਫੀਡੇਵਿਟ ਦਿੱਤਾ ਹੈ ਇਲੈਕਸ਼ਨ ਕਮਿਸ਼ਨ ਨੂੰ, ਜਿੰਦੇ 'ਚ ਤੂੰ ਇਹ ਲਿਖ ਕੇ ਦਿੱਤਾ ਵੀ ਮੈਂ ਗ੍ਰੈਜੂਏਟ ਹਾਂ ਡਾਕਟਰ BR ਅੰਬੇਦਕਰ ਮੁਜ਼ੱਫਰਨਗਰ ਤੋਂ ਯੂਨੀਵਰਸਿਟੀ ਤੋਂ, ਤੂੰ ਆਪਣਾ ਉਹ BA ਦਾ ਸਰਟੀਫਿਕੇਟ ਜਨਤਕ ਕਰ ਦੇ। ਅੱਛਾ, ਮਤਲਬ ਇਹ ਗ੍ਰੈਜੂਏਟ ਵੀ ਨਹੀਂ ਹੈਗੇ ਤੁਹਾਡੇ ਸਾਹਮਣੇ? ਜਨਤਕ ਕਰੇ, ਉਸ ਤੋਂ ਬਾਅਦ ਅਗਲਾ ਜਵਾਬ ਮੈਂ ਦਿਆਂਗਾ। ਅੱਛਾ ਜੀ। ਉਹ ਕਿੱਥੋਂ ਆਇਆ ਸਰਟੀਫਿਕੇਟ, ਉਹ ਸਾਬਤ ਕਰੇ। ਅੱਛਾ ਜੀ। ਉਹਦਾ ਜਵਾਬ ਹੈ ਅਗਲੀ ਇਲੈਕਸ਼ਨ ਕਮਿਸ਼ਨ ਜਦੋਂ ਲੱਗੇਗਾ, ਇਲੈਕਸ਼ਨ ਆਪਣੇ ਨੋਮੀਨੇਟ ਕਰਨਗੇ ਕਾਗਜ਼, ਉਦੋਂ ਮੈਂ ਉਹ ਸਾਰੀਆਂ ਚੀਜ਼ਾਂ ਸਾਹਮਣੇ ਲੈ ਕੇ ਆਊਂਗਾ। ਜਿਵੇਂ ਤੁਸੀਂ ਕਿਹਾ ਕਿ ਇਹਨਾਂ ਨੇ ਵਪਾਰਿਕ ਅਦਾਰੇ 'ਚ ਵੀ ਆਪਣੀ ਜਿਹੜੀ ਫੈਕਟਰੀਆਂ 'ਚ ਬਿਜਲੀ ਚੋਰੀ ਕੀਤੀ, ਕੋਈ ਹੋਰ ਵੀ ਕਿਸੇ ਤਰੀਕੇ ਦੇ ਇਹਨਾਂ ਨੇ ਚੋਰੀ? ਮੈਂ ਨਹੀਂ ਕਹਿੰਦਾ ਚੋਰੀ ਕੀਤੀ, ਮਤਲਬ ਇਹਨਾਂ ਦੇ ਕੇਸ ਚੱਲ ਰਹੇ, ਤੁਸੀਂ ਕੇਸ ਚੱਲ ਰਹੇ ਨੇ। ਇਸ ਗੱਲ ਨੂੰ ਮੁਨਕਰ ਕਿਉਂ ਨੇ? ਇਹ ਕਹਿੰਦੇ ਸਰਕਾਰਾਂ ਕਿਉਂ ਕੀਤਾ ਕਿਨੇ ਹੈ? ਬਿਜਲੀ ਬੋਰਡ ਨੇ। ਬਿਜਲੀ ਬੋਰਡ ਨੇ ਕੀਤਾ, ਇਹਦਾ ਮਤਲਬ ਬਿਜਲੀ ਬੋਰਡ ਨੂੰ ਕਿਤੇ ਨਾ ਕਿਤੇ ਪਤਾ ਹੋਊਗਾ ਕੀਤਾ, ਤਾਂ ਹੀ ਉਹਨਾਂ ਨੇ ਕੇਸ ਕੀਤਾ। ਇਹ ਗੱਲ ਤਾਂ ਤੁਸੀਂ ਬਿਜਲੀ ਮਹਿਕਮੇ ਦੇ ਬੰਦਿਆਂ ਨੂੰ ਅੰਦਰੋਂ ਜਾ ਕੇ ਪੁੱਛੋ ਜਿਹੜੇ ਇਹਨਾਂ ਲੋਕਾਂ ਤੋਂ ਡਰਦੇ ਨੇ। ਬਿਲਕੁਲ ਠੀਕ ਹੈ। ਕਿਉਂਕਿ ਇਹ ਗਿਟਮਿਟ ਕਰਕੇ ਸਰਕਾਰੀ ਤੰਤਰ ਦੇ ਨਾਲ, ਸੀਨੀਅਰ ਲੋਬੀ ਆਫਸਰ ਦੇ ਨਾਲ ਜਾਂ ਪੋਲਿਟਿਕਸ ਜਿਹੜੀ ਹੈਗੀ ਹੈ ਪੋਲੀਟੀਸ਼ੀਅਨਸ ਦੇ ਨਾਲ, ਓਪੋਜੀਸ਼ਨ ਪਾਰਟੀਆਂ ਨਾਲ ਵੀ ਸਾਰੀ ਜਗ੍ਹਾ ਕਰਕੇ ਰਹਿੰਦੇ। ਤੁਸੀਂ ਇਹ ਕਦੀ ਸੋਚ ਸਕਦੇ ਇੱਕ ਬੰਦਾ ਨਹੀਂ ਚੋਰੀ ਕਰ ਰਿਹਾ ਫਿਰ ਵੀ ਇਹਦੇ ਤੇ ਅਟੈਕ ਨਾ ਹੋਵੇ? ਬਿਲਕੁਲ ਠੀਕ ਹੈ। ਕੋਈ ਮਹਿਕਮਾ ਕਰੇ ਨਾ, ਕੋਈ ਮਹਿਕਮਾ ਕਰਨ ਜਾਂਦਾ ਹੈ ਉਹਨੂੰ ਪੈ ਜਾਂਦੇ ਨੇ ਤੇ ਪਿੱਛੋਂ ਸੁਣਵਾਈ ਨਹੀਂ ਹੈ। ਅੱਛਾ ਜੀ। ਗਲਾਡਾ ਵਾਲੇ ਮੈਨੂੰ ਮਿੰਨਤਾਂ ਕਰਦੇ, ਤੁਹਾਨੂੰ ਆਰਟੀਆਈ ਤੇ ਦੇ ਦਿੱਤੀ, ਤੁਸੀਂ ਇਹਨਾਂ ਖਿਲਾਫ ਕੰਪਲੇਂਟ ਪਾ ਦਿਓ। ਮੈਂ ਕਿਹਾ ਦਿਸ ਇਜ਼ ਨਾਟ ਮਾਈ ਡਿਊਟੀ, ਤੁਸੀਂ ਆਪਣੀ ਡਿਊਟੀ ਕਰੋ ਨਾ। ਬਿਲਕੁਲ ਠੀਕ ਹੈ। ਤੁਸੀਂ ਆਮ ਕਲੋਨੀਆਂ ਦੇ ਬੁਲਡੋਜ਼ਰ ਚੱਕ ਕੇ ਫਿਰ ਜਾਂਦੇ ਹੋ, ਕਿਸੇ ਨੇ ਕੋਈ ਕੰਧ ਜਾਂ ਬੜਾ ਥੜਾ ਵਧਾ ਲਿਆ, ਉਹਦੇ ਬੁਲਡੋਜ਼ਰ ਮਾਰ ਕੇ ਆਪਾਂ ਤੋੜਨ ਚਲੇ ਜਾਂਦੇ ਆ। ਇੱਕ ਬੰਦਾ ਐਡੇ ਵੱਡੇ ਅੰਪਾਇਰ ਨੂੰ ਖੜਾ ਕਰਕੇ ਰੈੱਡ ਕੈਟਾਗਰੀ ਦੀ ਜ਼ੋਨ ਦੀ ਇੰਡਸਟਰੀ ਉੱਤੇ ਖੜਾ ਕਰੀ ਬੈਠਾ, ਉਹਦੇ ਤੇ ਕਿਉਂ ਨਹੀਂ ਜਾਂਦੇ? ਕਿਉਂਕਿ ਬਲੈਕਮੇਲਿੰਗ ਦੀਆਂ ਜਿਹੜੀਆਂ ਗੱਲਾਂ ਸੀਗੀਆਂ, ਮੈਂ ਇਸ ਲਈ ਹੁਣ ਮੈਂ ਕਹਿ ਸਕਦਾ ਕਿਉਂਕਿ ਜਿੰਨੇ ਅਫਸਰਾਂ ਨੂੰ ਅਸੀਂ ਫੜਿਆ ਜਾਂ ਕੀਤਾ ਕਰਾਇਆ, ਕੁਝ ਵੀ ਕਿਸੇ ਦਾ ਰਿਜ਼ਲਟ ਨਹੀਂ ਨਿਕਲਿਆ, ਨਹੀਂ ਕਿਸੇ ਨੂੰ ਸਜ਼ਾ ਹੋਈ, ਨਾ ਕੋਈ ਬਰਖਾਸਤ ਹੋਇਆ, ਆਪਣੀ ਨੌਕਰੀਆਂ ਕਰ ਰਹੇ ਨੇ, ਸਭ ਕੁਝ ਕਰ ਰਹੇ ਨੇ। ਇਸ ਗੱਲ ਦਾ ਜਵਾਬ ਜਦੋਂ ਬੈਂਸ ਸਾਹਿਬ ਕੋਲ ਮੰਗਿਆ ਜਾਂਦਾ, ਉਹਨੂੰ ਕੋਈ ਜਵਾਬ ਨਹੀਂ ਹੁੰਦਾ। ਵੇਰਕਾ ਮਿਲਕ ਪਲਾਂਟ ਦੇ ਉੱਤੇ ਸਕੈਂਡਲ ਕੱਢਿਆ ਜਾਂਦਾ 200 ਕਰੋੜ ਦਾ, ਉਹ 200 ਕਰੋੜ ਦੇ ਸਕੈਂਡਲ ਦਾ ਬਣਿਆ ਕਿ ਬੈਂਸ ਸਾਹਿਬ ਕੋਲ ਜਵਾਬ ਨਹੀਂ ਹੈ। ਬਰਾੜ ਬੀਜ ਸਟੋਰ ਦੇ ਉੱਤੇ ਘੁਟਾਲਾ ਹੋਇਆ, ਜਿੰਦੇ ਤੇ ਨਾਮ ਉਛਲਿਆ, ਬੰਦਿਆਂ ਦੇ ਪਰਚੇ ਦਰਜ ਹੋਏ, ਉਹਦੇ ਉੱਤੇ ਪਾਰਟੀ 'ਚ ਇਹਨਾਂ ਦੇ ਨੁਮਾਇੰਦੇ ਰਹੇ, ਉਹਨਾਂ ਬੰਦਿਆਂ ਕੋਲ ਪੁੱਛਿਆ ਜਾਂਦਾ, ਬੈਂਸ ਸਾਹਿਬ ਕੋਲ ਜਵਾਬ ਨਹੀਂ ਹੈਗਾ। ਬੈਂਸ ਸਾਹਿਬ ਕੋਲ ਜਵਾਬ ਕਿਸ ਗੱਲ ਦਾ? ਮੈਂ ਪੰਜਾਬ ਦੇ ਮੁੱਦੇ ਚੁੱਕਦਾ, ਮੈਂ CM ਲੈਵਲ ਦੀ ਗੱਲਾਂ ਕਰਦਾ, ਇੱਦਾਂ ਮੁੱਖ ਮੰਤਰੀ ਬਣ ਜਾਓਗੇ ਤੁਸੀਂ? ਆਪਣੇ ਹਲਕੇ ਦੇ ਲੋਕਾਂ ਨੂੰ ਕੋਈ ਸੜਕ ਨਹੀਂ ਦਿੱਤੀ, ਕੋਈ ਹਸਪੀਟਲ ਨਹੀਂ ਦਿੱਤਾ, ਤੁਸੀਂ ਕੋਈ ਸਕੂਲ ਨਹੀਂ ਦਿੱਤਾ, ਤੁਸੀਂ ਕਿਸ ਚੀਜ਼ ਦੀ ਲੜਾਈ ਲੜ ਰਹੇ ਹੋ? ਪਾਣੀ ਦੇ ਮੁੱਦੇ ਦੀ ਲੜਾਈ ਆ, ਪੈਣੀ ਦੇਰ ਤੇ ਲੜਦੇ ਆ ਰਹੇ ਹਾਂ, ਕੀ ਨਿਕਲਿਆ ਰਿਜ਼ਲਟ ਪਾਣੀ ਦੇ ਮੁੱਦੇ ਤੇ? ਸਿਰਫ ਹਾਈਲਾਈਟ ਹੋਣ ਲਈ ਵੀ ਮੈਂ ਪੰਜਾਬ ਹਤੈਸ਼ੀ ਹਾਂ। ਕਿਸਾਨਾਂ ਦੇ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਹੋ। ਅੱਜ ਪੰਜਾਬ ਦਾ ਜੋ ਹਾਲ ਹੋਇਆ, ਜੋ ਬਿਜਲੀ ਦਾ ਹਾਲ ਹੋਇਆ, ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲ ਮੂੰਹ ਚੱਕ ਕੇ ਫਾਇਰ ਕਰੀ ਜਾਂਦੇ ਹੋ। ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨਹੀਂ ਆਣੀ ਤੇ ਉਹਨੂੰ ਠੋਕੀ ਚਲੀ ਜਾਓ। ਜਾਂ ਇਹ ਵੀ ਡਰ ਹੋ ਸਕਦਾ ਲੋਕਾਂ ਅੱਗੇ ਉਹਨਾਂ ਨੂੰ ਭੰਡੀ ਜਾਵੇ ਕਿਤੇ ਉਹਨਾਂ ਦੀ ਸਰਕਾਰ ਆ ਗਈ, ਵਾਪਸ ਉਹਨਾਂ ਨੂੰ ਅੰਦਰ ਦੇ ਦੇਣਗੇ। ਬਿਲਕੁਲ ਠੀਕ ਹੈ। ਇਹ ਬਾਰ-ਬਾਰ ਇਸ ਗੱਲ ਦਾ ਦਾਅਵਾ ਕਰਦੇ। ਇਹਦੇ ਵਿੱਚ ਮੈਂ ਇੱਕ ਚੀਜ਼ ਇਹ ਵੀ ਕਹਿਣਾ ਚਾਹਾਂਗਾ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਤੁਸੀਂ ਤਾਂ ਬਹੁਤ ਦੇਰ ਤੋਂ ਜੁੜੇ ਹੋਏ ਹੋ ਕਿ ਕਿਤੇ ਨਾ ਕਿਤੇ ਜਦੋਂ ਬੈਂਸ ਬ੍ਰਦਰਜ਼ ਅਲੱਗ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਤੋਂ, ਤੇ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਨੂੰ ਇਹ B ਟੀਮ ਹੀ ਸੀਗੇ ਸ਼੍ਰੋਮਣੀ ਅਕਾਲੀ ਦਲ ਦੀ। ਖੁਦ ਹੀ ਆਪਣੇ ਹੀ ਕਈ ਬੰਦਿਆਂ ਨੇ, ਨੇਤਾਵਾਂ ਨੇ ਇਹਨਾਂ ਨੂੰ ਕਹਿ ਲਓ ਹਰ ਤਰ੍ਹਾਂ ਦੀ ਸਾਮ ਦਾਮ ਦੰਡਭੇਦ ਦੀ ਸਪੋਰਟ ਕੀਤੀ ਸੀ ਕਿ ਆਪਣੇ ਹੀ ਸਹਿਯੋਗੀਆਂ ਨੂੰ ਹਰਾਉਣ ਲਈ ਜਾਂ ਆਪਣੇ ਹੀ ਕੁਝ ਹੋਰ ਜਿਹੜੇ ਤਥਾਕਥਿਤ ਆਪਣੇ ਮੰਤਵ ਨੂੰ ਪੂਰੇ ਕਰਨ ਲਈ। ਇੱਦਾਂ ਦੀ ਵੀ ਗੱਲਾਂ ਸੀਗੀਆਂ? ਬਿਲਕੁਲ ਸੀਗੀਆਂ ਸਰ, ਇਹਦੇ ਕੋਈ ਦੋ ਰਾਏ ਨਹੀਂ ਜੀ। ਇਹਨਾਂ ਨੂੰ ਜਦੋਂ ਕੋਈ ਜਾਣਦਾ ਨਹੀਂ ਹੁੰਦਾ ਸੀ, ਮੈਂ ਤੁਹਾਨੂੰ ਦੱਸ ਦਿਆਂ ਪਹਿਲੇ ਰਾਮੂ ਵਾਲੀਆ ਦੀ ਇਲੈਕਸ਼ਨ ਵੀ ਲੜੀਆਂ ਇਹਨਾਂ ਨੇ, ਲੋਕ ਭਲਾਈ ਪਾਰਟੀ, ਇਹਨਾਂ ਨੇ ਖੁਦ ਵੀ ਇਲੈਕਸ਼ਨ ਲੜੀਆਂ, ਇਹ ਇਮਾਨਦਾਰ ਨਾਲ ਵੀ ਰਹੇ, ਇਹ ਲੋਕਾਂ ਨੂੰ ਸਵਾਲ ਕਰਦੇ ਨੇ, ਠੀਕ ਹੈ ਨਾ। ਹਰ ਜਗ੍ਹਾ ਤੇ ਇਹਨਾਂ ਨੇ ਆਪਣੇ ਫਾਇਦੇ ਨੂੰ ਦੇਖ ਕੇ ਮੁੱਖ ਰੱਖਿਆ, ਆਪਣੇ ਸਾਥੀ ਕਿਸੇ ਨੂੰ ਮੋਹਰੇ ਨਹੀਂ ਆਉਣ ਦਿੱਤਾ, ਆਪਣੇ ਸਾਥੀ ਕਿਸੇ ਨੂੰ ਕੌਂਸਲਰ ਤੱਕ ਨਹੀਂ ਜਿੱਤਣ ਦਿੱਤਾ। ਮੈਂ ਇਸ ਗੱਲ ਦਾ ਗਵਾਹ, ਨਵਜੋਤ ਸਿੰਘ ਸਿੱਧੂ ਨੇ ਇਹਨਾਂ ਨੂੰ ਇੱਥੋਂ ਤੱਕ ਕਹਿਤਾ ਸੀ ਜਦੋਂ ਵਾਰਡਬੰਦੀ ਹੋਈ ਹੈ ਤੁਸੀਂ ਛੋਟੇ ਵੀਰ ਆਪਣੇ ਵਾਰਡ ਮੈਨੂੰ ਬਣਾ ਕੇ ਦੇ ਦੇ ਜਿਹੜੀ ਜਗ੍ਹਾ ਦੇ, ਇਹਨਾਂ ਨੇ ਉਹ ਵੀ ਤੱਕ ਨਹੀਂ ਬਣਾਏ। 'ਤਾਂ ਇਹਨਾਂ ਦੀ ਮਨਸ਼ਾ ਨਹੀਂ ਸੀਗੀ। ਉਹ ਰੀਜ਼ਨ ਕੀ ਹੈ? ਇਹ ਦੱਸਣ। 'ਤਾਂ ਇਹਨਾਂ ਦੀ ਮਨਸ਼ਾ ਨਹੀਂ ਸੀਗੀ। 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 'ਤਾਂ ਇਹਨਾਂ ਦੀ ਮ
ਇਹ ਆਪ ਖੁਦ ਇੰਨੀਆਂ ਵੋਟਾਂ ਲੈ ਕੇ ਜਿੱਤੇ ਤੇ ਕੌਂਸਲਰ ਇਹਨਾਂ ਕੋਲ 5 ਨਾ ਜਿੱਤਣ ਆਪਣੇ ਹਲਕੇ 'ਚ। ਬਿਲਕੁਲ ਠੀਕ ਹੈ ਇਹ ਕਿੱਦਾਂ ਹੋ ਸਕਦਾ? ਬਿਲਕੁਲ ਠੀਕ ਹੈ ਇਹ ਖੁਦ 45,000 ਦੀ ਵੋਟ ਐਮਪੀ ਇਲੈਕਸ਼ਨ 'ਚ ਲੈ ਲੈਣ ਤੇ ਇਹਨਾਂ ਦਾ ਕੈਂਡੀਡੇਟ 2 ਮਹੀਨੇ ਬਾਅਦ ਉੱਥੇ ਖੜਾ ਹੋਵੇ, ਉਹਨਾਂ ਨੂੰ 85 ਸੋਣਾ ਪਵੇ ਦਾਖੇ ਦੇ ਬਾਈ ਇਲੈਕਸ਼ਨ 'ਚ। ਬਿਲਕੁਲ ਠੀਕ ਹੈ ਕਦੀ ਇਹ ਹੋਇਆ ਵੀ ਬਾਈ ਇਲੈਕਸ਼ਨ ਦੇ ਵਿੱਚ ਓਪੋਜੀਸ਼ਨ ਪਾਰਟੀ ਦਾ ਬੰਦਾ ਜਿੱਤ ਜਾਵੇ? ਬਿਲਕੁਲ ਠੀਕ ਹੈ ਹਾਂ ਬਿਲਕੁਲ ਇਹ ਲੋਕਾਂ ਨੂੰ ਹੈਰਾਨੀਜਨਕ ਸੀਗਾ ਇਹ ਤਾਂ। ਇਹ ਲੋਕਾਂ ਨੂੰ ਸਮਝਣੀਆਂ ਪੈਣੀਆਂ। ਠੀਕ ਹੈ, ਆਪਾਂ ਉੱਥੇ ਦਫ਼ਤਰ ਲਾ ਕੇ ਬੈਠੇ ਹਾਂ, ਅਦਾਲਤ ਲਾ ਕੇ ਬੈਠੇ ਹਾਂ, ਅਦਾਲਤ 'ਚ ਲੋਕਾਂ ਦੇ ਛੋਟੇ ਛੋਟੇ ਮਸਲੇ ਆਮ ਫੈਸਲੇ ਕਰਾਣੇ ਜਾਂ ਆਧਾਰ ਕਾਰਡ ਦੀਆਂ ਮੋਹਰਾਂ ਲਾ ਦੇਣੀਆਂ ਜਾਂ ਸਰਕਾਰੀ ਸਕੀਮਾਂ ਦੇ ਲੋਕਾਂ ਨੂੰ ਉਹਨਾਂ ਦੇ ਫੰਡ ਲੈ ਕੇ ਦੇ ਦੇਣੇ, ਸਕੀਮਾਂ ਕਰ ਦੇਣੀਆਂ। ਪਰ ਉਹਦੀ ਆੜ 'ਚ ਜਿਹੜੀ ਅਸੀਂ ਬਲੈਕਮੇਲਿੰਗ ਦਾ ਧੰਦਾ ਚਲਾ ਕੇ ਜਾਂ ਲੋਕਾਂ ਨੂੰ ਬਦਨਾਮ ਕਰਕੇ ਜਾਂ ਥ੍ਰੈਟ ਕਰਕੇ ਆਪਾਂ ਜਿਹੜੀ ਮਾਇਆ ਇਕੱਠੀ ਕਰ ਰਹੇ ਹਾਂ, ਉਹ ਇੱਥੋਂ ਸਾਬਤ ਕਰਦੀ ਹੈ ਵੀ ਅਸੀਂ ਪੰਜਾਬ ਦੇ ਹਿਤੈਸ਼ੀ ਨਹੀਂ, ਅਸੀਂ ਖੁਦ ਦੇ ਹਿਤੈਸ਼ੀ ਹਾਂ। ਅਸੀਂ ਪੋਲਿਟਿਕਸ ਜਿਹੜੀ ਪਿਛਲੇ ਸਮੇਂ ਤੋਂ ਚੱਲਦੀ ਆ ਰਹੀ ਹੈ, ਚਾਹੇ ਅਕਾਲੀਆਂ ਦੀ ਹੋਵੇ, ਕਾਂਗਰਸੀਆਂ ਦੀ ਹੋਵੇ, ਦੂਜੇ ਦੀ ਹੋਵੇ, ਉਹਦੇ ਵਿੱਚ ਅਸੀਂ ਰਲੇ ਮਿਲੇ ਹੋਏ ਹਾਂ। ਸਰ ਇੱਕ ਤੁਸੀਂ ਗੱਲ ਕੀਤੀ ਕਿ ਹੁਣੇ ਇਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਖੁਦ ਕਿਹਾ ਕਿ ਸਾਡੇ ਤੇ ਹੁਣ ਜਿਹੜੇ ਰੇਤਾਂ ਦੇ ਵੀ ਕੇਸ ਚੱਲਣਗੇ ਜਾਂ GST ਦੇ ਵੀ ਕੇਸ ਚੱਲਣਗੇ। ਉਹ ਕੀ ਮਾਮਲਾ ਹੈ ਕਿ ਇੱਦਾਂ ਦੀ ਵੀ ਕੋਈ ਗੱਲ ਹੋ ਹੈਗੀ ਹੈ? ਦੇਖੋ, ਇਹ ਉਸ ਚੀਜ਼ ਨੂੰ ਸਾਬਤ ਕਰਨ ਇਹਨਾਂ ਨੇ ਕਿਉਂ ਕਿਹਾ। ਜਦੋਂ ਉਸ ਚੀਜ਼ ਦਾ ਕੇਸ ਜਾਊਗਾ, ਮੈਂ ਦੇਖੋ, ਮੇਰੀ ਭਾਵੇਂ ਮੈਨੂੰ ਫਾਂਸੀ ਲੱਗ ਜਾਵੇ, ਮੈਂ ED ਤੱਕ ਲੈ ਕੇ ਜਾਊਂਗਾ। ਮੈਂ ਬਹੁਤ ਪਿਛਲੇ, ਹੁਣ ਅੱਜ ਮੇਰੇ ਕੋਲ ਡਾਟਾ ਨਹੀਂ, ਤੁਸੀਂ ਬਾਈ ਚਾਂਸ ਆਏ, ਮੈਂ ਤੁਹਾਨੂੰ ਤੁਹਾਡੇ ਅੱਗੇ ਪ੍ਰੂਫ ਕਰ ਦਿੰਦਾ। ਤੁਹਾਨੂੰ ਵੀ ਕਹਿਣਾ, ਆਨਲਾਈਨ ਜਾ ਕੇ ਇਹਨਾਂ ਦੇ ਐਫੀਡੇਵਿਟ ਕੱਢ ਲਓ ਜਿਹੜੇ ਇਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਨੇ। 2007 ਤੋਂ ਇਲੈਕਸ਼ਨ ਲੜੀਆਂ ਜਿੰਦੇ 'ਚ ਇਹਨਾਂ ਨੇ ਪ੍ਰੋਪਰਟੀ ਦੇ ਵੇਰਵੇ ਦਿੱਤੇ ਨੇ। ਇੱਕੋ ਹੀ ਪ੍ਰੋਪਰਟੀ ਨੂੰ ਸਰਵਾਈਵ ਕਰਕੇ ਉਹ 20 ਕਰੋੜ ਤੱਕ ਲੈ ਗਏ। ਬੜੀ ਚੀਜ਼ ਤਾਂ ਹੇਰ ਫੇਰ ਹੈ। ਉਸ ਇਲਾਕੇ ਦੀ ਪ੍ਰੋਪਰਟੀ ਦੀ ਵੈਲਿਊ ਕੀ ਤੁਸੀਂ ਕਢਾ ਲਿਓ। ਅੱਜ ਤੋਂ 10 ਸਾਲ ਪਹਿਲੇ ਉਸ ਕੀ ਪ੍ਰੋਪਰਟੀ ਦੇ ਕੀ ਰੇਟ ਸੀ ਤੇ ਅੱਜ ਕੀ ਰੇਟ ਨੇ, ਬੜਾ ਕੁਝ ਸਾਹਮਣੇ ਆ ਜਾਊਗਾ। ਨਹੀਂ GST ਦੇ ਵਿੱਚ ਕਿੱਦਾਂ, ਪ੍ਰਾਪਰਟੀ ਦੇ ਵਿੱਚ GST ਦਾ ਹੇਰ ਫੇਰ ਤਾਂ ਨਹੀਂ ਹੋ ਸਕਦਾ? ਉਹ ਤਾਂ ਕਿਤੇ ਨਾ ਕਿਤੇ ਵਪਾਰਿਕ ਅਦਾਰੇ 'ਚ ਹੀ ਹੋਏਗਾ ਨਾ ਜੀ। ਇਸ ਬਾਰੇ ਬੈਂਸ ਖੁਦ ਬੋਲਿਆ ਪ੍ਰੈਸ ਦੇ ਵਿੱਚ ਜੀ। ਮੈਂ ਉਹੀ ਪੁੱਛ ਰਿਹਾ ਕਿ ਤੁਹਾਨੂੰ ਅੰਦੇਸ਼ਾ ਹੈਗਾ ਕਿ ਉਹ ਕਿਉਂ ਬੋਲਿਆ ਇਦਾਂ ਦਾ ਕੁਝ? ਹੋ ਸਕਦਾ ਉਹਨੂੰ ਪਤਾ ਹੋ ਗਿਆ ਵੀ ਲੋਕੀ ਮਗਰ ਪਏ ਨੇ ਵੀ ਉਹ ਵੀ ਚਿੱਠੇ ਕੱਢ ਕੇ ਬਾਹਰ ਲੈ ਕੇ ਆਣ। ਕਿੱਦਾਂ ਦੇ ਚਿੱਠੇ ਨਿਕਲ ਸਕਦੇ? ਕਿਸ ਚੀਜ਼ ਦਾ ਕਾਰੋਬਾਰ ਹੈ? ਹੋਏਗੀ ਟੈਕਸ ਚੋਰੀ ਜਾਂ ਕਿਸੇ ਪ੍ਰਕਾਰ ਦੀ ਹੋਏਗੀ, ਉਹ ਵੀ ਆਊਗੀ ਬਾਹਰ। ਓਕੇ, ਮਤਲਬ ਤੁਹਾਨੂੰ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ ਬੌਖਲਾਹਟ 'ਚ ਬੋਲ ਗਏ? ਦੇਖੋ, ਹੁਣ ਕਹਿੰਦੇ ਨੇ ਇਹਨਾਂ ਦੇ ਲੋਕ ਜਿਹੜੇ 4-6 ਚਿਹਰੇ ਰਹਿ ਗਏ ਨੇ, ਉਹ ਬੜਾ ਕਹਿ ਰਿਹਾ ਵੀ ਸਟੈਂਡ ਵਿਦ ਬੈਂਸ। ਬ੍ਰਦਰ, ਇਹਦੇ 'ਚ ਢਾਂਡੇ ਨੂੰ ਕਿਹਾ ਜਾ ਰਿਹਾ ਅਕਾਲੀ ਦਲ, ਉਹ ਇਸ ਕਰਕੇ ਕੀਤਾ ਰਿਹਾ। ਇਹਦੇ ਢਾਂਡਾ ਜਾਂ ਅਕਾਲੀ ਦਲ ਜਾਂ ਕਿਸੇ ਦਾ ਕੋਈ ਰੋਲ ਨਹੀਂ ਹੈ। ਠੀਕ ਹੈ, ਅਕਾਲੀ ਦਲ ਨੇ ਆ ਕੇ ਧਰਨਾ ਲਾਇਆ ਜਾਂ ਕੁਛ ਵੀ ਹੈ, ਲੋਕਾਂ ਨੇ ਉਹਨਾਂ ਨੂੰ ਚੁਣਿਆ ਇੰਨੀ ਦੇਰ ਦੇ ਮੁੱਖ ਮੰਤਰੀ। ਉਹ ਐਸੀ ਕਰਕੇ ਜਿੱਦਾਂ ਤੁਸੀਂ ਆਵਾਜ਼ ਚੁੱਕਦੇ ਰਹੇ, ਤੁਸੀਂ DSP ਢਿੱਲੋਂ ਦੇ ਖਿਲਾਫ ਡੋਲੀ ਕੁੜੀ ਨੂੰ ਲੈ ਕੇ ਆਏ, IG ਉੱਪਲ ਦੇ ਉੱਤੇ ਇਲਜ਼ਾਮ ਲੱਗੇ, ਤੁਸੀਂ ਉਸ ਕੇਸ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀਆਂ। ਠੀਕ ਹੈ ਨਾ, ਇਦਾਂ ਹੀ ਤੁਹਾਡੇ ਖਿਲਾਫ ਹੋਇਆ। ਬਟ ਢਾਂਡਾ ਇਜ਼ ਦਾ ਐਡਵੋਕੇਟ, ਉਹ ਕੇਸ ਲੜ ਰਿਹਾ, ਆਪਣਾ ਪ੍ਰੋਫੈਸ਼ਨ ਕਰ ਰਿਹਾ। ਜਿੱਦਾਂ ਤੁਸੀਂ ਆਪਣੀ ਫੈਕਟਰੀ ਦੇ ਵਿੱਚ ਆਪਣਾ ਭੱਠੀਆਂ ਉਹ ਚਲਾਉਂਦੇ ਹੋ, ਆਪਣਾ ਸਿਲਾਈ ਮਸ਼ੀਨ ਦੇ ਖੋਲ ਬਣਾਉਂਦੇ ਹੋ, ਉਹ ਪ੍ਰੋਫੈਸ਼ਨ ਲੜ ਰਿਹਾ, ਉਹ ਨਿਆਂ ਦੀ ਲੜਾਈ ਲੜ ਰਿਹਾ। ਪੁਲਿਸ ਉਹਦੇ 'ਤੇ ਕਾਰਵਾਈ ਨਹੀਂ ਉਹਨੇ ਉਸ ਗੱਲ ਦੇ ਉੱਤੇ ਕੀਤੀ। ਉਹਨੇ ਸਿਰਫ ਇਹ ਕਿਹਾ ਵੀ ਪਰਚਾ ਜਿਹੜਾ ਵੀ ਹੈ, ਅਗਰ ਮੈਂ ਕਿਸੇ ਇਫਟਿਜ਼ ਮੰਨ ਲਓ ਕਿਸੇ ਨਾਲ ਟੀਸਿੰਗ ਕਰਦਾ ਕਿਸੇ ਲੜਕੀ ਨਾਲ, ਮੈਨੂੰ ਸਵੇਰੇ ਪਰਚਾ ਦਰਜ ਹੋ ਜਾਏਗਾ। ਤੁਸੀਂ ਕਰਦੇ ਹੋ, ਭਾਈ ਸਾਹਿਬ ਕਰਦੇ ਨੇ, ਕੋਈ ਕਰਦੇ, ਤੇ ਕਿਸੇ ਚੁਣੇ ਹੋਏ ਨੁਮਾਇੰਦੇ ਅਗਰ ਕੋਈ ਇਲਜ਼ਾਮ ਲੱਗ ਰਿਹਾ, ਉਹਦੇ 'ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਫਿਰ ਉਸ ਬੰਦੇ ਦੇ ਉੱਤੇ ਜਿਹੜਾ ਰੋਜ਼ ਅਰਸਾਲਬ ਤੋਂ ਲੈ ਕੇ ਕਿੰਨਾ ਜਲੀਲ ਕੀਤਾ ਕੈਪਟਨ ਅਮਰਿੰਦਰ ਸਿੰਘ ਨੂੰ, ਔਰ ਉਹਦੀ ਸਰਕਾਰ ਦੇ ਵਿੱਚ ਹੀ ਇਹਦੇ 'ਤੇ ਕਾਰਵਾਈ ਨਹੀਂ ਹੋ ਰਹੀ। ਬਿਲਕੁਲ ਠੀਕ ਹੈ। ਅੱਜ ਪਰਚਾ ਦਰਜ ਹੋਏ ਨੂੰ 4 ਦਿਨ ਹੋ ਗਏ ਨੇ, ਇਸ ਪਰਚੇ ਦੇ ਅੰਦਰ ਉਹਨੂੰ ਅਰੈਸਟ ਕਰਨੀ ਪੈਂਦੀ ਹੈ, ਤੇ ਕੋਈ ਅਰੈਸਟ ਪਈ ਹੈ? ਉਹਨੂੰ ਪੂਰੇ ਮੌਕੇ ਦਿੱਤੇ ਜਾ ਰਹੇ ਨੇ। ਕਿਸੇ ਨਾ ਕਿਸੇ ਰਾਜਨੀਤੀ ਦੇ ਰਲੇਵੇਂ ਔਰ ਗਲਿਆਰੇ ਦੇ ਵਿੱਚ ਜਿਹੜੀ ਹੈਗੀ ਹੈ। ਬਾਰ-ਬਾਰ ਨਾਮ ਆਉਂਦਾ ਹੈ ਕਿ ਇਹ ਸਾਰਾ ਜਿਹੜਾ ਆਰੋਪ ਲੱਗ ਰਿਹਾ, ਅਸੀਂ ਨਹੀਂ ਕਹਿੰਦੇ, ਸਾਨੂੰ ਨਹੀਂ ਪਤਾ ਕਿੰਨੀ ਕੁ ਸੱਚਾਈ ਹੈ, ਕਿਹਾ ਜਾ ਰਿਹਾ ਕਿ ਇਹਨਾਂ ਦੀ ਜਿਹੜੇ ਲੁਧਿਆਣਾ ਦੇ ਮੰਤਰੀ ਹੈਗੇ ਭਾਰਤ ਭੂਸ਼ਣ ਆਸ਼ੂ ਜੀ, ਉਹਨਾਂ ਨਾਲ ਬੜੀ ਨੇੜਤਾ ਹੈ, ਔਰ ਉਹਨਾਂ ਦੇ ਕਹੇ ਤੇ ਹੀ ਆ ਸਾਰਾ ਕੁਝ ਇਹਨਾਂ ਤੇ ਪਰਚਾ ਡਿਲੇ ਕੀਤਾ ਗਿਆ ਜਾਂ ਅਰੈਸਟ ਨਹੀਂ ਪੈ ਰਹੀ। ਇਹਦੇ ਵਿੱਚ ਕੁਝ ਸੱਚਾਈ ਹੈਗੀ ਹੈ? ਦੇਖੋ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਵੀ ਇਹ ਸਾਰੇ ਪਰਦੇ ਦੇ ਪਿੱਛੇ ਵੀ ਭਾਰਤ ਭੂਸ਼ਣ ਆਸ਼ੂ ਹੈ, ਕੈਪਟਨ ਅਮਰਿੰਦਰ ਸਿੰਘ ਹੈ, CP ਲੁਧਿਆਣਾ ਰਗੇਸ਼ ਅਗਰਵਾਲ ਹੈ, ਜਾਂ ਦਿਨਕਰ ਗੁਪਤਾ ਹੈ, ਜਾਂ ਕੋਈ ਹੋਰ ਲੀਡਰ ਹੈ। ਬਟ ਇੰਨੀ ਇਸ ਗੱਲ ਨੂੰ ਮੈਂ ਜ਼ਰੂਰ ਕਹਿੰਦਾ ਵੀ ਇਹਨਾਂ ਦੀ ਆਪਸੀ ਨੇੜਤਾ ਜ਼ਰੂਰ ਹੈ, ਦੋਸਤੀ ਹੈਗੀ ਹੈ, ਦੋਸਤੀ ਇੱਕੋ ਸ਼ਹਿਰ 'ਚ ਰਹਿੰਦੇ ਆ। ਮੇਰੀ ਵੀ ਆਸ਼ੂ ਜੀ ਨਾਲ ਨੇੜਤਾ, ਮੇਰੀ ਕੋਈ ਦੁਸ਼ਮਣੀ ਨਹੀਂ ਹੈ, ਉਹਨਾਂ ਖਿਲਾਫ ਕਦੀ ਕੋਈ ਸਾਨੂੰ ਇਹੋ ਜਿਹੀ ਚੀਜ਼ ਨਹੀਂ ਮਿਲੀ। ਜਾਂ ਦੂਸਰੇ ਬੰਦੇ ਬਾਰੇ ਅਸੀਂ ਤਾਂ ਹੀ ਗੱਲ, ਉਹਨਾਂ ਨੂੰ ਬਦਨਾਮ ਕਿਉਂ ਕੀਤਾ ਜਾਂਦਾ ਹਰ ਗੱਲ ਦੇ ਪਿੱਛੇ? ਆਸ਼ੂ ਜੀ ਨੂੰ ਬਦਨਾਮ, ਜੇ ਨੇੜਤਾ ਤਾਂ ਤੁਹਾਡੀ ਗੱਲ ਬੜੀ ਅੱਛੀ ਹੈ, ਬੜੀ ਵਾਜਬ ਤੁਸੀਂ ਕੀਤੀ ਕਿ ਹਰ ਅਸੀਂ ਸ਼ਹਿਰ ਦੇ ਵਿੱਚ ਲੈਂਦੇ ਹਾਂ, ਸ਼ਹਿਰ ਵਾਸੀ ਹੈਗੇ ਆ, ਇੱਕ ਦੂਜੇ ਨਾਲ ਕਿਤੇ ਨਾ ਕਿਤੇ ਸੁਭਾਵਿਕ ਆ ਮਿਲਣਾ, ਔਰ ਖਾਸ ਕਰਕੇ ਰਾਜਨੀਤਿਕਿਆਂ ਦਾ ਤਾਂ ਕੰਮ ਪੈਂਦਾ ਹੋਣਾ ਇੱਕ ਦੂਜੇ ਨੂੰ ਕੰਮ ਕਰਾਉਣ ਲਈ। ਉਹਦੇ ਇਲਾਕੇ 'ਚ ਜੇ ਬੰਦੇ ਹੈ, ਫਿਰ ਹਰ ਵਾਰੀ ਸਿਰਫ ਉਹਨਾਂ ਨੂੰ ਕਿਉਂ ਬਦਨਾਮ ਕੀਤਾ ਜਾਂਦਾ? ਸ਼ਹਿਰ ਦੇ ਵਿੱਚ 4 ਹੋਰ ਵੀ ਵਿਧਾਇਕ ਹੈਗੇ ਆ। ਦੋਸਤੀ ਹੋਣ ਖਾਤਰ ਕੀਤਾ ਜਾ ਸਕਦਾ, ਹੋ ਸਕਦਾ। ਓਕੇ, ਬਟ ਇਹਦੇ ਕਿਸੇ ਕੋਲ ਤੁਸੀਂ ਤਾਂ ਸਾਏ ਰਹੇ ਹੋ ਤੇ ਤੁਹਾਨੂੰ ਬਹੁਤ ਚੀਜ਼ਾਂ ਪਤਾ ਹੋਏਗੀ ਕਿ ਹਜੇ ਵੀ ਤੁਸੀਂ ਲਿਹਾਜ਼ ਕਰ ਰਹੇ ਹੋ। ਮੈਂ ਤਾਂ ਕਹਿ ਰਿਹਾ ਮਿੱਤਰਤਾ,
ਨਹੀਂ ਮਿੱਤਰਤਾ ਮਿੱਤਰਤਾ ਹੋਣ ਨਾਲ ਮਤਲਬ ਇਹ ਨਹੀਂ ਹੈ ਵੀ ਉਹਨੂੰ ਸ਼ੈਲਟਰ ਕਰ ਰਹੇ ਨੇ। ਮੈਂ ਇਸ ਗੱਲ ਦੀ ਗਵਾਹੀ ਨਹੀਂ ਭਰ ਰਿਹਾ, ਨਾ ਮੈਂ ਇਸ ਗੱਲ ਦੀ ਗਵਾਹੀ ਦੇ ਸਕਦਾ ਜਦ ਤੱਕ ਮੇਰੇ ਕੋਲ ਕੋਈ ਪ੍ਰੂਫ ਨਹੀਂ ਹੈ ਜੀ। ਕਿਉਂਕਿ ਇਹ ਬਹੁਤ ਵੱਡਾ ਤੰਤਰ ਹੈ। ਬੈਂਸ ਦਾ ਕੱਦ ਆ, ਉਹਨੇ ਆ ਮੁਖੋਟਾ ਪਾ ਕੇ ਪੰਜਾਬ ਹਿਤੈਸ਼ੀ ਬਣ ਕੇ ਬੜਾ ਵੱਡਾ ਬਣਾ ਲਿਆ ਜੀ। ਵੋਟ ਬੈਂਕ ਉਹਦੇ ਮਗਰ ਕਾਫੀ ਲੋਕਾਂ ਨੂੰ ਉਹਨਾਂ ਨੂੰ ਨਜ਼ਰ ਆਉਂਦਾ ਵੀ ਵੋਟ ਬੈਂਕ ਬਹੁਤ ਵੱਡਾ ਹੈ। ਤੁਸੀਂ ਜਿਵੇਂ ਕਿਹਾ ਕਿ ਲੋਕੀ ਉਹਨਾਂ ਨੇ ਕੰਮ ਤਾਂ ਉਹ ਕਰਾ ਨਹੀਂ ਪਾਉਂਦੇ, ਲੋਕਾਂ ਦੇ ਬਹੁਤ ਸਾਰੇ ਜਿਵੇਂ ਉਹਨਾਂ ਦਾ ਇਲਾਕਾ ਪਿਛੜਾ ਹੀ ਰਹਿ ਗਿਆ, ਫਿਰ ਵੀ ਲੋਕੀ ਉਹਨਾਂ ਨੂੰ ਵੋਟਾਂ ਕਿਉਂ ਪਾਉਂਦੇ? ਦੇਖੋ, ਜਦੋਂ ਪਹਿਲੀ ਵਾਰੀ ਵੋਟ ਪਾਈ ਅਕਾਲੀ ਦਲ ਦੇ ਧੜੇਬੰਦੀ ਕਰਕੇ ਇਹਨਾਂ ਨੂੰ ਮੋਹਰੇ ਲੈ ਕੇ ਆਂਦਾ ਜੀ। ਅਕਾਲੀ ਦਲ ਦੀ ਟੋਟਲ ਲੀਡਰਸ਼ਿਪ ਜਿਹੜੀ ਲੋਕਲ ਲੈਵਲ ਤੇ ਸੀਗੀ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਵੀ ਲੀਡਰ ਦਾ ਜਿਹਨੂੰ ਡਾਊਨ ਕਰਨ ਲਈ। ਤੁਸੀਂ ਲਿਹਾਜ਼ ਕਿਉਂ ਕਰਦੇ ਹੋ ਜਦ ਤੁਸੀਂ ਮੇਰਾ ਇੱਕ ਪਾਸੇ ਤੁਸੀਂ ਨਹੀਂ ਗੱਲ ਲੈਣਾ ਦੇਣਾ ਨਹੀਂ ਹੈ। ਮੈਂ ਕਿਸੇ ਤੇ ਬਲੇਮ ਕਿਉਂ ਕਰਾਂ? ਮੈਂ ਇੱਕ ਗੱਲ ਦੇ ਉੱਤੇ ਮੈਂ ਜ਼ਰੂਰ ਬੈਂਸ ਦੇ ਖਿਲਾਫ ਬੋਲਦਾ ਕਿ ਬੈਂਸ ਨਾਲ ਮੈਂ ਰਾਜਨੀਤੀ ਤੌਰ ਦੇ ਉੱਤੇ ਉਹਦੇ ਨਾਲ ਰਿਹਾ। ਜਿੱਦਾਂ ਉਹਦੀ ਸੋਚ ਹੈ ਵੀ ਅਸੀਂ ਪੰਜਾਬ ਦਾ ਭਲਾ ਚਾਹੁੰਦਾ, ਮੈਂ ਵੀ ਚਾਹੁੰਦਾ ਪੰਜਾਬ ਦਾ ਭਲਾ ਹੋਣਾ ਚਾਹੀਦਾ। ਜੇ ਉਹ ਚਾਹੁੰਦੇ ਪੰਜਾਬ ਸੋਨੇ ਜਿਹੜੇ, ਮੈਂ ਵੀ ਚਾਹੁੰਦਾ, ਤੁਸੀਂ ਵੀ ਚਾਹੁੰਦੇ ਹੋ। ਇਸ ਕਰਕੇ ਉਹਨਾਂ ਨਾਲ ਜੁੜੇ ਸੀ ਅਸੀਂ, ਉਹਨਾਂ ਲੋਕ ਮੁੱਦਿਆਂ ਤੇ ਕੰਮ ਕੀਤਾ। ਤੁਸੀਂ ਆਪ ਹੀ ਇਹੀ ਕਿਹਾ ਨਾ ਕਿ ਜਿਹੜੇ ਸਾਡੇ ਪੋਲੀਟੀਸ਼ੀਅਨ ਹੈ ਉਹ ਰਾਜਨੀਤਿਕ ਫਿਲਮੀ ਐਕਟਰਾਂ ਨਾਲੋਂ ਜ਼ਿਆਦਾ ਛੇਤੀ ਰੰਗ ਇਹ ਬਦਲਦੇ ਆ। ਤੁਸੀਂ ਐਕਸਪੀਰੀਅੰਸ ਹੋ ਗਿਆ ਨਾ ਜੀ। ਜਦੋਂ ਸਾਰੇ ਫਿਰ ਤੁਸੀਂ ਇਹਨਾਂ ਦੇ ਨਾਮ ਕਿਉਂ ਨਹੀਂ ਲੈਂਦੇ? ਅਸੀਂ ਜਦੋਂ ਤੱਕ ਜਨਤਾ ਨੂੰ ਨਹੀਂ ਪਤਾ ਲੱਗੇਗਾ ਅਸਲੀਅਤ, ਕਿਉਂਕਿ ਤੁਸੀਂ ਸਾਇਆ ਰਹੇ ਹੋ, ਮੈਂ ਰਿਹਾ ਹੁੰਦਾ ਤੇ ਸ਼ਾਇਦ ਮੈਂ ਬੋਲ ਦਿੰਦਾ। ਮੈਂ ਤੁਹਾਨੂੰ ਦੱਸ ਦਿੰਦਾ, ਹੀਰਾ ਸਿੰਘ ਗਾਬੜੀਆ ਟੋੜਾ ਧੜੇ ਦਾ ਹੋਣ ਕਰਕੇ ਉਹਨੂੰ ਡਾਊਨ ਕਰਨ ਲਈ ਬਾਕੀ ਧੜਿਆਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਸੀਗਾ। ਅੱਛਾ। ਜਿੰਦੇ ਕਰਕੇ ਸਿਮਰਜੀਤ ਸਿੰਘ ਬੈਂਸ ਨੂੰ ਉੱਤੇ ਲੈ ਕੇ ਆਇਆ। ਇਹ ਕਿਹੜੇ ਸੰਨ ਦੀ ਗੱਲ ਹੈ? ਇਹ 2007 ਤੋਂ ਬਾਅਦ ਹੀ ਸ਼ੁਰੂ ਹੋ ਗਈ ਹੈ। ਅੱਛਾ। ਤੇ 2007 ਚ ਇਦਾਂ ਹੋਇਆ, ਉਸ 2007 ਤੋਂ ਇਹ ਯੂਥ ਦਾ ਪ੍ਰਧਾਨ ਬਣਾਇਆ ਗਿਆ, ਉਸੇ ਹਲਕੇ 'ਚੋਂ ਆ ਕੇ ਬਣਿਆ ਜੀ। ਜਿਸ ਹਲਕੇ ਤੋਂ ਹੀਰਾ ਸਿੰਘ ਗਾਬੜੀ ਐਮਐਲਏ ਰਹੇ ਨੇ, ਉਸ ਤੋਂ ਬਾਅਦ ਇਹ ਸਾਰੀ ਸਿਆਸਤ ਹੈ ਜੀ। ਠੀਕ ਹੈ, ਉਹਨਾਂ ਨੇ ਇਹ ਸਾਰਾ ਕਰ ਤਾਂ ਲਿਆ। ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਸੱਪ ਪਾਲ ਲਿਆ, ਸਪੋਲੀਆ ਪਾਲ ਲਿਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇੱਕ ਦਿਨ ਅਜਗਰ ਬਣ ਕੇ ਉਹਨਾਂ ਨੂੰ ਨਿਕਲਣ ਆ ਜਾਊਗਾ। ਅੱਜ ਉਹੀ ਲੋਕ ਚਾਹੁੰਦੇ ਨੇ ਵੀ ਇਹ ਅੰਦਰ ਹੋਵੇ। ਓਕੇ। ਇਹ ਸੱਤਾ 'ਚੋਂ ਬਾਹਰ ਹੋਣਾ ਚਾਹੀਦਾ। ਮਤਲਬ ਉਹਨਾਂ ਤੋਂ ਪਾਵਰਫੁਲ ਹੋ ਗਏ। ਹਾਂ, ਪਾਵਰਫੁਲ, ਕਿਉਂਕਿ ਇਹਦੇ 'ਚ ਕਲਾਕਾਰੀ, ਲੋਕਾਂ 'ਚ ਹੁਣ ਤਾਂ ਦੱਸ ਦਿਓ। ਇਹਦੇ 'ਚ ਕਲਾਕਾਰੀ ਇੱਦਾਂ ਹੈ, ਇਹਨੇ ਕਲਾਕਾਰੀ ਦੇ ਜਿਵੇਂ ਇੱਕ ਮਦਾਰੀ ਡੁਗਡੁਗੀ ਵਜਾ ਕੇ ਭੀੜ ਇਕੱਠੀ ਕਰ ਲੈਂਦਾ ਹੈ। ਇਹਨੇ ਆਪਣੇ ਨਾਲ ਇੱਕ ਬਹੁਤ ਵੱਡਾ ਸਰਕਲ ਜਿਹੜਾ ਭੀੜ ਦਾ ਇਕੱਠਾ ਕਰ ਲਿਆ, ਜਿਹਦੇ 'ਚ ਯੋਗਦਾਨ ਮੇਰਾ ਵੀ ਬੜਾ ਜੀ। ਮੇਰੇ ਨਾਲ ਹੋਰ ਵੀ ਬਹੁਤ ਸਾਥੀ ਹੈ। ਹੁਣ ਡਰ ਨਹੀਂ ਲੱਗਦਾ ਜਿਵੇਂ ਤੁਸੀਂ ਇਹਨਾਂ ਦੇ ਅਗੇਂਸਟ ਬੋਲ ਦਿੰਦੇ ਹੋ ਖੁੱਲ ਕੇ, ਤੇ ਤੁਹਾਨੂੰ ਡਰ ਨਹੀਂ ਲੱਗਦਾ ਕਿ ਕਿਉਂਕਿ ਤੁਸੀਂ ਆਪ ਕਹਿ ਰਹੇ ਹੋ ਭੀੜ ਬੜੀ ਇਕੱਠੀ ਕਰ ਲਈ? ਦੇਖੋ, ਮੈਂ ਡਰਦਾ ਸਿਰਫ ਪਰਮਾਤਮਾ ਤੋਂ। ਜੇ ਇਹਦੇ ਨਾਲ ਰਹਿ ਕੇ ਅਸੀਂ ਸਮੇਂ ਦੀਆਂ ਸਰਕਾਰਾਂ ਨਾਲ ਆਡਾ ਲਾ ਸਕਦੇ ਹਾਂ ਤੇ ਇਹ ਤਾਂ ਕੁਝ ਵੀ ਨਹੀਂ ਹੈਗਾ। ਪਰ ਤੁਸੀਂ ਫਿਰ ਬਾਕੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਹੁਣੇ ਅਜਗਰ ਬਣ ਗਏ ਹੈ, ਜਿੱਦਾਂ ਤੁਸੀਂ ਆਰੋਪ ਲਾ ਰਹੇ ਹੋ ਕਿ ਹੁਣੇ ਉੱਦਾਂ ਦਾ ਸਵਰੂਪ ਲੈ ਗਏ, ਫਿਰ ਵੀ ਤੁਸੀਂ ਹਜੇ ਤੱਕ ਉਹ ਬੰਦਿਆਂ ਦੇ ਨਾਮ ਨਹੀਂ ਲਿੱਤੇ। ਤੁਸੀਂ ਇਹ ਤਾਂ ਜ਼ਰੂਰ ਕਹਤੇ ਜਿੰਨੇ ਬਾਕੀ ਸਾਰਾ ਧੜਾ, ਤੁਸੀਂ ਉਹਨਾਂ ਦੇ ਪਾਰਟਿਕੂਲਰ ਨਾਮ ਕਿਉਂ ਨਹੀਂ ਲਿੱਤੇ ਤਾਂ ਕਿ ਜਨਤਾ ਨੂੰ ਕਿਉਂ ਨਾ ਪਤਾ ਲੱਗੇ? ਜਨਤਾ ਜਿਹੜੀ ਵੋਟ ਪਾਉਂਦੀ ਹੈ ਸਰ, ਕਿਤੇ ਨਾ ਕਿਤੇ ਅਸੀਂ ਸ਼ਹਿ ਹੀ ਦੇ ਰਹੇ ਨਾ ਅੱਜ ਵੀ। ਦੇਖੋ, ਮੈਂ ਸ਼ਹਿ ਦੇਣ ਦੀ ਗੱਲ ਨਹੀਂ ਹੈ, ਨਹੀਂ, ਪਰ ਬਚਾ ਰਹੇ ਹੋ। ਚਲੋ ਇਦਾਂ ਮੇਰੀ ਬੇਨਤੀ ਸੁਣੋ, ਮੇਰਾ ਮੁੱਦਾ ਅਕਾਲੀ ਦਲ ਨਹੀਂ ਹੈ। ਮੇਰੀ ਗੱਲ ਸੁਣੋ। ਤੁਸੀਂ ਇੱਕ ਇਹੋ ਜਿਹੇ ਰਾਜਨੇਤਾ ਦਾ ਹੀ ਸ਼ਿਕਾਰ ਹੋਏ ਨਾ। ਅਸੀਂ ਕਹਿੰਦੇ ਕਿ ਤੁਹਾਡੇ ਵਰਗੇ ਹੋਰ ਯੂਥ ਜਿਹੜੇ ਆਪਣੇ ਗੁੰਮਰਾਹ ਹੋ ਜਾਂਦੇ ਆ ਇਹੀ ਇਨਕਲਾਬ, ਕਿਉਂਕਿ ਉਹ ਤਾਂ ਦੇਸ਼ ਲਈ ਨਿਕਲੇ ਸੀ, ਜਿੱਦਾਂ ਤੁਸੀਂ ਦੇਸ਼ ਲਈ ਨਿਕਲੇ ਸੀਗੇ ਕਿ ਸੋਨੇ ਦੀ ਚਿੜੀਆ ਦੁਬਾਰਾ ਬਣ ਜੇ, ਤੇ ਉਹ ਯੂਥ ਵੀ ਇਦਾਂ ਹੀ ਨਿਕਲਦਾ ਕਿਉਂਕਿ ਉਦੋਂ ਉਹਨੂੰ ਨਹੀਂ ਪਤਾ ਹੁੰਦਾ। ਯੂਥ ਬਹੁਤ ਸਿਆਣਾ ਜੀ। ਜੀ, ਮੈਂ ਤੁਹਾਨੂੰ ਦੱਸ ਦਿਆਂ, ਆਪਣਾ ਵਿਸ਼ਾ ਕਾਨੂੰਨ ਦੇ ਉੱਤੇ ਖੜਿਆ ਜੀ ਵੀ ਇਹਨਾਂ ਲੋਕਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ ਤੇ ਜਦੋਂ ਇਹਨਾਂ ਦੀ ਵਾਰੀ ਆਉਂਦੀ ਤੇ ਕਿਸੇ ਤੇ ਉਹ ਨਹੀਂ ਹੁੰਦਾ। ਠੀਕ ਹੈ। ਦੂਸਰਾ ਵਿਸ਼ਾ ਆਇਆ ਸੀ ਵੀ ਇਹ ਲੋਕ ਫੋਨ ਕਰਦੇ ਤੇ ਝੂਠੇ ਪਰਚੇ ਵੀ ਦਰਜ ਹੋ ਜਾਂਦੇ ਨੇ। ਤੁਹਾਡੇ ਤੇ ਜੈਨੂਇਨ ਕੰਪਲੇਂਟ ਆਵੇ ਤਾਂ ਨਹੀਂ ਹੋਵੇ। ਇੱਥੇ ਸਮਝਣ ਵਾਲੀ ਗੱਲ ਹੈ ਵੈ, ਚਾਹੇ ਹੋਵੇ ਅਕਾਲੀ ਦਲ, ਚਾਹੇ ਹੋਵੇ ਕਾਂਗਰਸ, ਚਾਹੇ ਹੋਵੇ ਆਪ ਪਾਰਟੀ, ਚਾਹੇ ਹੋਵੇ ਬੈਂਸ ਗਰੁੱਪ, ਇਹ ਆਪਸ 'ਚ ਇਸ ਤਰੀਕੇ ਨਾਲ ਰਲੇ ਮਿਲੇ ਹੋਏ ਨੇ ਵੀ ਲੋਕਾਂ ਦੇ ਵਾਸਤੇ ਕਿਸੇ ਦੀ ਕੋਈ ਲੜਾਈ ਨਹੀਂ ਹੈ। ਇਹਨਾਂ ਦੀ ਲੜਾਈ ਆਪਣੀ ਵਾਸਤੇ ਹੈ, ਲੋਕਾਂ ਨੂੰ ਬੇਵਕੂਫ ਬਣਾਉਣਾ। ਤੇ ਕਿੱਦਾਂ ਮੇਰਾ ਮਕਸਦ ਹੈ ਵੀ ਅੱਜ ਤੁਹਾਡੇ ਨਾਲ ਬੈਠਾ ਤੇ ਲੋਕਾਂ ਨੂੰ ਇਹੀ ਅਪੀਲ ਕਰਦਾ ਵੀ ਕਾਨੂੰਨ ਦੀ ਪਾਲਣਾ ਕਰਾਉਣੀ ਹੈ ਜਾਂ ਆਪਣੇ ਪੰਜਾਬ ਨੂੰ ਵਾਪਸ ਬਣਾਉਣਾ ਤੇ ਸੋਚ ਸਮਝ ਕੇ ਵੋਟ ਪਾ ਕੇ ਹੀ ਅਗਲੀ ਵਾਰੀ ਆਪਣਾ ਕੋਈ ਨਾ ਕੋਈ ਨੁਮਾਇੰਦਾ ਚੁਣੋ। ਹਰ ਬੰਦੇ ਨੂੰ ਪਰਖੋ। ਮੈਂ ਉਹਨਾਂ ਸਾਥੀਆਂ ਨੂੰ ਵੀ ਕਹਿਣਾ ਚਾਹੁੰਦਾ, ਤੁਸੀਂ ਕਿਸੇ ਲੀਡਰ ਦੇ ਨੁਮਾਇੰਦੇ ਬਣ ਕੇ ਉਹਦੇ ਨਾਲ ਨਹੀਂ ਤੁਰੇ, ਤੁਸੀਂ ਪੰਜਾਬ ਹਿਤੈਸ਼ੀ ਅਗਰ ਬਣ ਕੇ ਤੁਰੇ ਹੋ ਤੇ ਉਸ ਗੱਲ ਦੀ ਗੱਲ ਕਰੋ। ਆਪਣੇ ਲੀਡਰ ਨੂੰ ਸਵਾਲ ਵੀ ਕਰੋ ਵੀ ਤੇਰੇ ਤੇ ਇਲਜ਼ਾਮ ਲੱਗਾ ਤੇ ਇਸ ਗੱਲ ਦਾ ਜਵਾਬ ਦੇ, ਅਸੀਂ ਤੇਰੇ ਨਾਲ ਚੱਲਾਂਗੇ ਜੇ ਤੂੰ ਪਾਕ ਸਾਫ ਹੈ। ਅਸੀਂ ਉਹਨੂੰ ਬਚਾਉਣ ਨਹੀਂ ਆਏ। ਜਿਹੜਾ ਅੱਜ ਦਾ ਯੂਥ ਚਾਹੁੰਦਾ ਹੈ, ਅੱਜ ਸਾਡਾ ਯੂਥ ਸਾਰਾ ਵਿਦੇਸ਼ਾਂ ਨੂੰ ਜਾ ਰਿਹਾ, ਸਾਡਾ ਟਾਰਗੇਟ ਹੋਣਾ ਚਾਹੀਦਾ ਅਸੀਂ ਪੰਜਾਬ ਬਚਾਉਣਾ, ਪੰਜਾਬ ਨੂੰ ਵਾਪਸ ਸੋਨੇ ਦੀ ਚਿੜੀ ਬਣਾਉਣਾ, ਕਿਸੇ ਲੀਡਰ ਨੂੰ ਨਹੀਂ ਬਚਾਉਣਾ ਜਾਂ ਕਿਸੇ ਲੀਡਰ ਨੂੰ ਸੋਨੇ ਦਾ ਘਰ ਮਹਿਲ ਬਣਾ ਕੇ ਨਹੀਂ ਦੇਣਾ। ਬਿਲਕੁਲ। ਇੱਕ ਆਖਰੀ ਕੁਐਸਚਨ ਹੈ ਤੁਹਾਡੇ ਨਾਲ, 2007 ਦੇ ਵਿੱਚ ਅਕਾਲੀ ਦਲ ਦੇ ਮੇਨ ਲੁਧਿਆਣੇ ਤੋਂ ਕਿਹੜੇ ਮੇਨ ਲੀਡਰ ਸੀਗੇ? 2007 ਚ ਗਾਬੜੀਆ ਧੜਾ ਸੀਗਾ ਭਾਜੀ। ਨਹੀਂ ਹੋਰ ਕਿਹੜੇ? ਸ਼ਰਨਜੀਤ ਢਿੱਲੋਂ ਸੀਗੇ, ਆਪਣਾ ਮਨਪ੍ਰੀਤ ਆਲੀ ਨੇ, ਸਾਰਾ ਗਰੁੱਪ ਸੀਗਾ, ਦਰਸ਼ਨ ਸਿੰਘ ਵਾਲੇ ਸੀਗੇ, ਸਾਰੇ ਅਕਾਲੀ ਦਲ ਦੇ ਲੀਡਰ ਹੀ ਸੀਗੇ ਲੁਧਿਆਣੇ ਦੇ ਵਿੱਚ। ਮਹੇਸ਼ਿੰਦਰ ਗਰੇਵਾਲ ਵੀ ਸੀਗੇ। ਮੇਰੇ ਨਾਲ ਕਦੀ ਵਾਸਤਾ ਇਹਨਾਂ ਜ਼ਿਆਦਾ ਲੰਬਾ ਚੌੜਾ ਪਿਆ ਨਹੀਂ, ਕਿਉਂਕਿ ਮੈਂ ਅਕਾਲੀ ਦਲ ਪਿਛੋਕੜ ਅਕਾਲੀ ਦਲ ਦੇ ਰਹੇ ਹਾਂ
ਜਦੋਂ ਬਚਪਨ ਤੋਂ ਜਾਂ ਜਦੋਂ ਦੇ ਸੰਨ 84 ਤੋਂ ਲੈ ਕੇ ਜਾਂ ਜਦੋਂ ਤੋਂ ਹੋਸ਼ ਸੰਭਾਲਿਆ, ਪਰ ਮੈਂ ਮੁੱਢਲੀ ਰਾਜਨੀਤੀ ਜਾਂ ਲੋਕਾਂ 'ਚ ਵਿਚਰਨਾ ਜਾਂ ਇਲੈਕਸ਼ਨਾਂ ਦੇ ਵਿੱਚ ਕੰਮ ਕਰਨਾ ਜਾਂ ਕੁਝ ਵੀ ਉਹ ਬੈਂਸ ਦੇ ਨਾਲ ਹੀ ਕੀਤਾ। ਜੀ ਸੋ ਬੇਸਿਕਲੀ ਤੁਸੀਂ ਕਹਿ ਰਹੇ ਹੋ 2007 ਦੇ ਵਿੱਚ ਇਹੀ ਸਾਰੇ ਲੀਡਰ ਸੀਗੇ। ਇਹੀ ਸਾਰੇ ਲੀਡਰ ਸੀ। ਇਹ ਇਸੀ ਧੜੇਬੰਦੀ ਦੇ ਵਿੱਚੋਂ ਨਿਕਲ ਕੇ ਆਇਆ ਸਿਮਰਜੀਤ ਸਿੰਘ ਬੈਂਸ, ਜਿਹਨੂੰ ਪ੍ਰਫੁੱਲਤ ਕੀਤਾ ਗਿਆ। ਉਹ ਬਾਕੀ ਜਨਤਾ ਸਿਆਣੀ ਹੈ, ਪਰ ਮੁੱਦੇ ਇਹ ਨਹੀਂ ਹੈ। ਮੁੱਦਾ ਅਕਾਲੀ ਦਲ ਨਹੀਂ ਹੈ, ਮੁੱਦਾ ਪੰਜਾਬ ਹੈ। ਮੁੱਦਾ ਪੰਜਾਬ ਹੈ। ਅੱਜ ਸਾਡੇ ਭਰਾ ਅੱਜ ਲੋਕਾਂ ਨੂੰ ਹੁਣ ਕੀ ਤੁਸੀਂ ਕਹਿਣਾ ਦੇਖੋ, ਚਾਹੋਗੇ? ਕਹਿਣਾ ਇਹ ਚਾਹੂੰਗਾ ਸਾਡੇ ਭਰਾ ਉੱਥੇ ਬਾਰਡਰ ਤੇ ਬੈਠੇ ਨੇ, ਸਭ ਨੇ ਰੱਜ ਕੇ ਰਾਜਨੀਤੀ ਖੇਡੀ, ਆਪਣੇ ਆਪ ਨੂੰ ਦੱਸਣ ਵੀ ਮੈਂ ਕਿਸਾਨਾਂ ਦਾ ਹਿਤੈਸ਼ੀ ਹਾਂ। ਬਿਲਕੁਲ ਸਹੀ ਗੱਲ ਹੈ, ਖੇਡੀ। ਠੀਕ ਹੈ ਜੀ। ਕਿਸਾਨ ਜਥੇਬੰਦੀਆਂ ਤੋਂ ਲੈ ਕੇ ਸਾਰੇ ਉੱਥੇ ਧਰਨੇ ਤੇ ਬੈਠੇ ਨੇ, ਉਹ ਲੜਾਈ ਲੜੀ ਜਾ ਰਹੀ ਹੈ। ਇੱਕ ਕਿਸਾਨਾਂ ਨੂੰ ਨੁਮਾਇੰਦਗੀ ਦੇਤੀ। ਇਹਨਾਂ ਲੋਕਾਂ ਨੂੰ, ਲੀਡਰਾਂ ਨੂੰ ਇੰਨੀ ਤਰਸੱਲੀ ਮਚੀ ਹੋਈ ਹੈ ਵੀ ਇਹਨਾਂ ਨੂੰ ਉੱਥੇ ਸਟੇਜ ਨਹੀਂ ਮਿਲੀ। ਹਾਂ ਬਿਲਕੁਲ ਨਹੀਂ ਤਾਂ ਇਹਨਾਂ ਨੇ ਸੰਘ ਪਾੜ ਕੇ ਆਪਣੇ ਆਪ ਨੂੰ ਦੱਸਣਾ ਸੀ ਵੀ ਅਸੀਂ ਇਹ ਕੀਤਾ। ਤੇ ਇਸ ਗੱਲ ਤੇ ਸੰਘ ਕਿਉਂ ਨਹੀਂ ਪਾੜਦਾ ਵੀ ਮੇਰੇ ਤੇ ਅਗਰ ਇਲਜ਼ਾਮ ਲੱਗਾ ਹੈ ਤਾਂ ਵੀ ਮੈਂ ਭਾਗ ਸਾਹਿਬ ਉੱਤੇ ਜਾ ਕੇ ਕਿਉਂ ਨਹੀਂ ਕਰਦਾ? ਮੇਰੇ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿਉਂ ਨਹੀਂ ਆਉਂਦਾ? 295 ਇਹਦੇ ਪਰਚਾ ਬੈਂਸ ਦੇ ਉੱਤੇ ਦਰਜ ਹੈ, ਅੱਜ ਤੱਕ ਉਹਦੇ ਤੇ ਕਾਰਵਾਈ ਨਹੀਂ ਹੋ ਰਹੀ। ਬਟਾਲਾ ਡੀਸੀ ਦੇ ਉੱਤੇ ਮਾੜੀ ਸ਼ਬਦਾਵਲੀ ਵਰਤ ਕੇ ਆਇਆ, ਇਹਦੇ ਤੇ ਪਰਚਾ ਹੋਇਆ, ਕਾਂਗਰਸ ਸਰਕਾਰ ਦੇ ਵਿੱਚ ਇਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ? ਇਹ ਕਾਂਗਰਸੀ ਅਗਰ ਜਾਣਾ ਚਾਹੁੰਦਾ ਹੈ, ਆਪਣੇ ਸਾਥੀਆਂ ਨੂੰ ਬੇਵਕੂਫ ਕਿਉਂ ਬਣਾ ਰਿਹਾ? ਤੂੰ ਆਜ਼ਾਦ ਤੌਰ ਤੇ ਕੋਈ ਲੜ ਰਿਹਾ, ਸਿੱਧਾ ਕਾਂਗਰਸ ਚੱਲ। ਤੂੰ ਕਿਉਂ ਆਮ ਆਦਮੀ ਪਾਰਟੀ ਦੇ ਮੋਢਿਆਂ ਤੇ ਲੜਾਈ ਲੜੀ? ਅੱਜ ਹੁਣ ਤੂੰ ਆਪਣੇ ਆਪ ਨੂੰ ਬਚਾਉਣ ਲਈ, ਤੈਨੂੰ ਪਤਾ ਤੇਰਾ ਵਜੂਦ ਨਹੀਂ ਰਿਹਾ। ਉਸ ਇਲਾਕੇ 'ਚੋਂ ਕਮਲਜੀਤ ਸਿੰਘ ਕੜਵਲ ਨੇ ਕੈਪਟਨ ਸਾਹਿਬ ਤੋਂ ਫੰਡ ਲੈ ਕੇ ਆਂਦੇ, ਹਲਕਾ ਨੁਮਾਇੰਦਾ ਹੋਣ ਤੋਂ ਬਾਵਜੂਦ ਕੌਂਸਲਰਾਂ ਦੇ ਖਾਤਿਆਂ 'ਚ ਫੰਡ ਲਿਆ ਕੇ ਉਹਨੇ ਡਿਵੈਲਪਮੈਂਟ ਦਾ ਇੱਕ ਬੀੜਾ ਤੋਰਿਆ। ਲੋਕਾਂ ਦੇ ਵਿੱਚੋਂ ਦੀ ਬਹਿਜਾ ਹੋ ਗਈ ਹੈ। ਤੂੰ ਲੋਕਾਂ ਦੇ ਕੰਮ ਕਰਾਉਣ ਦੇ ਬਜਾਏ ਨਵੇਂ ਹਥਕੰਡੇ ਬਣਾਉਣੇ ਸ਼ੁਰੂ ਕਰਤੇ। ਤੁਸੀਂ ਲੋਕਾਂ ਨੂੰ ਕਹਿੰਦੇ ਚੱਲੇ ਕਾਰਤੂਸ, ਤੇ ਬੈਂਸ ਸਾਹਿਬ ਨੂੰ ਪੁੱਛ ਲਓ ਇਹਨਾਂ ਨੇ ਕਿਹੜੇ ਤੋਪ ਹੈਗੇ ਨੇ? ਇਹ ਤਾਂ ਚੱਲੇ ਕਾਰਤੂਸ ਨੇ, ਕਿੰਨੀਆਂ ਇਲੈਕਸ਼ਨ ਹਾਰ ਚੁੱਕੇ ਨੇ। ਤੁਸੀਂ ਇਹ ਦੱਸੋ ਆਪਣੇ ਤੋਂ ਇਲਾਵਾ ਕਿੰਨੇ ਕੁ ਲੀਡਰ ਜਿਤਾ ਲਏ ਤੁਸੀਂ? ਕਿੰਨੇ ਕੁ ਲੀਡਰ ਜਿਤਾ ਲਏ ਤੁਸੀਂ? ਕਿੰਨੇ ਸਾਥੀ ਬਣਾ ਲਏ? ਕਿਹੜਾ ਲੀਡਰ ਤੁਹਾਡੇ ਕੋਲ ਅੱਜ ਦੇ ਨਾਲ ਜਿੱਤਿਆ? ਤੁਹਾਡੇ ਨਾਲ ਮਨਵਿੰਦਰ ਸਿੰਘ ਗਿਆਸਪੁਰਾ, ਜਿਹਨੇ ਆਪਣੀ ਨੌਕਰੀ ਦਾਅ ਤੇ ਲਾਈ, ਉਹ ਤੁਹਾਡੇ ਨਾਲ ਲੜਾਈ ਲੜੀ ਉਹਨੇ, ਉਹ ਛੱਡ ਕੇ ਆਪਣੇ ਘਰ ਨੂੰ ਤੁਰ ਗਿਆ, ਆਮ ਆਦਮੀ ਪਾਰਟੀ ਚਲਾ ਗਿਆ। ਵਿਪਨ ਸੂਦ ਕਾਕਾ ਸ਼ਹਿਰ ਦਾ ਇੰਡਸਟਰੀਅਲਿਸਟ ਸੀਗਾ, ਉਹਨਾਂ ਨੇ ਤੁਹਾਡੇ ਝੰਡੇ ਤੋਂ ਲੜਾਈ ਲੜੀ, ਉਹ ਤੁਹਾਡੇ ਤੋਂ ਔਖਾ ਹੋ ਕੇ ਚਲਾ ਗਿਆ। ਗੁਰਪ੍ਰੀਤ ਸਿੰਘ ਖੁਰਾਨਾ ਚਲਾ ਗਿਆ, ਕਮਲ ਸਿੰਘ ਕੜਵਲ ਚਲਾ ਗਿਆ। ਤੁਸੀਂ ਦੱਸੋ ਹੋਰ ਕਿਹੜੇ ਨੁਮਾਇੰਦੇ ਤੁਸੀਂ ਛੁੱਟ ਰਹੇ? ਤੁਸੀਂ ਅੱਜ ਲੋਕੀ ਮਾੜੇ ਸ਼ਬਦਾਂ ਨਾਲ ਉਹਨੂੰ ਯੂਜ਼ ਕਰਦੇ ਨੇ, ਬੁਲਾਉਂਦੇ ਨੇ ਕਿਸੇ ਨੂੰ ਇਹਨਾਂ ਦਾ ਸਪੋਕਸ ਪਰਸਨ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਔਰ ਮੈਂ ਤੁਹਾਡੇ ਮਾਰਫਤ ਦਾ ਚੈਲੰਜ ਕਰਦਾ, ਉਹ ਆਪਣੇ ਬੈਂਸ ਕੋਲੋਂ ਲੈ ਕੇ ਕਾਲਾ ਚਿੱਠਾ ਆ ਜਾਏ। ਬੈਂਸ ਨੇ ਤਾਂ ਆਉਣਾ ਨਹੀਂ, ਜਗ੍ਹਾ ਤੁਸੀਂ ਰੱਖ ਦਿਓ। ਤੁਹਾਨੂੰ ਵੀ ਕਹਿੰਦਾ, ਮੈਂ ਅੱਗੇ ਵੀ ਕਿਹਾ, ਜਗ੍ਹਾ ਤੁਸੀਂ ਰੱਖ ਲਿਓ, ਟਾਈਮ ਤੁਸੀਂ ਰੱਖ ਲਿਓ। ਉਹਨਾਂ ਦਾ ਜਿਹੜਾ ਨੁਮਾਇੰਦਾ ਆਉਣਾ ਚਾਹੁੰਦਾ ਪਬਲਿਕ ਤੌਰ ਤੇ ਆ ਜਾਏ, ਮੇਰੇ ਨਾਲ ਓਪਨ ਡਿਬੇਟ ਦੇ ਉੱਤੇ ਪਬਲਿਕ ਦੇ ਚੌਂਕ ਦੇ ਵਿੱਚ ਰੱਖਿਓ, ਕਿਸੇ ਪਬਲਿਕ ਪਲੇਸ ਦੇ ਉੱਤੇ। ਉਹ ਸਾਰੇ ਆਪਣੇ ਡਾਕੂਮੈਂਟ ਲੈਣ ਤੇ ਮੈਂ ਲਿਆਉਂਗਾ ਵੀ ਮੈਂ 12 ਸਾਲ ਲੈ ਕੇ ਨਾਲ ਇਹਨਾਂ ਕੋਲ ਕੀ ਕੁਝ ਕਰਾਉਣ ਦੀ ਕੋਸ਼ਿਸ਼ ਕੀਤੀ। ਹਾਂ, ਇਹਦੇ ਨੋ ਡਾਊਟ ਵੀ ਅਸੀਂ ਲੋਕ ਗਰੀਬ ਭਲੇ ਦਾ ਕੀਤਾ ਹੈ, ਪਰ ਉਹਦੀ ਆੜ 'ਚ ਆਪਾਂ ਪੰਜਾਬ ਨੂੰ ਕਿੱਥੇ ਤੱਕ ਵੇਚਿਆ ਇਹ ਵੀ ਤਾਂ ਦੱਸੋ। ਤੁਸੀਂ ਕਿਹੜੇ ਆਪਣੇ ਸਾਥੀ ਨੂੰ ਪੁੱਛਿਆ ਰਾਮ ਨਾਲ ਜਦੋਂ ਰਾਸ਼ਟਰਪਤੀ ਦੀ ਵੋਟ ਹੋਈ ਬੀਜੇਪੀ ਨੂੰ ਜਾ ਕੇ ਸਮਰਥਨ ਦਿੱਤਾ? ਅਮਿਤ ਸ਼ਾਹ ਨਾਲ ਤੁਸੀਂ ਮੀਟਿੰਗਾਂ ਕੀਤੀਆਂ, ਕਹਿਣ ਨਾ ਗੁਰਦੁਆਰੇ ਖੜ ਕੇ ਵੀ ਅਸੀਂ ਕੀਤੀਆਂ ਕਿ ਨਹੀਂ ਕੀਤੀਆਂ? ਇਹ ਤਾਂ ਬਾਈ ਚਾਂਸ ਕਿਸਾਨਾਂ ਦਾ ਮੁੱਦਾ ਬਣ ਗਿਆ, ਇਹ ਉੱਥੋਂ ਪੱਲੇ ਹੋ ਕੇ ਸੱਟ ਹੋ ਗਏ। ਅੱਛਾ, ਨਹੀਂ ਤਾਂ ਇਹ ਅਮਿਤ ਸ਼ਾਹ ਜੀ ਨਾਲ ਵੀ ਜਾਣ ਲਈ ਬਿਲਕੁਲ ਤਿਆਰ ਸੀਗੇ, ਸਿੱਖ ਚਿਹਰਾ ਬਣ ਕੇ ਬੀਜੇਪੀ ਦਾ ਆਉਣ ਨੂੰ ਤਿਆਰ ਸੀਗੇ। ਅੱਛਾ ਜੀ। ਢੋਲੇਵਾਲ ਦੇ ਕੋਲ ਕਿਹੜੇ ਘਰ 'ਚ ਮੀਟਿੰਗਾਂ ਹੋਈਆਂ ਇਹਨਾਂ ਦੀਆਂ? ਮੈਂ ਵੀ ਦੱਸਣਾ, ਕਿਸਾਨ ਜਥੇਬੰਦੀ ਜਿਹੜਾ ਇਹਨਾਂ ਦਾ ਮਿਸਟਰ ਗਰੇਵਾਲ ਨੇ, ਕੀ ਨਾਮ ਮੈਨੂੰ ਉਹਨਾਂ ਦਾ ਨਾਮ ਹੀ ਨਹੀਂ ਪਤਾ, ਸੁਖਵਿੰਦਰ ਸਿੰਘ ਗਰੇਵਾਲ ਸ਼ਾਇਦ, ਉਹਨਾਂ ਨਾਲ ਮੀਟਿੰਗਾਂ ਹੋਈਆਂ ਨੇ। ਅੱਛਾ ਜੀ। ਬਿਲਕੁਲ ਹੋਈਆਂ ਨੇ। ਤੇ ਇੱਥੇ ਕੌਣ ਆਇਆ ਸੀ? ਬੀਜੇਪੀ ਵੱਲੋਂ ਕੌਣ ਆਇਆ ਸੀ? ਗਰੇਵਾਲ ਨਾਲ ਉਹਨਾਂ ਨੇ ਇੱਥੇ ਹੋਈ, ਬਾਅਦ 'ਚੋਂ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ। ਨਹੀਂ ਮਿਲ ਕੇ ਆਏ ਤੇ 10 ਦਿਨ ਮੈਂ ਇਕੱਲਾ ਪ੍ਰੂਫ ਦੇ ਦਿਆਂਗਾ। ਓਕੇ। ਜੇ ਮੈਂ ਇਹਨਾਂ ਦੀ ਡਿਗਰੀ ਤੇ ਗੱਲ ਕੀਤੀ ਹੈ ਨਾ, ਮੈਂ ਐਵੇਂ ਨਹੀਂ ਕੀਤਾ। ਇਹਨਾਂ ਨੂੰ ਕਹੋ ਵੀ ਤੁਸੀਂ ਲੈ ਕੇ ਆਓ, ਵੀ ਤੁਸੀਂ ਪੇਪਰ ਦੇ ਕੇ ਆਇਓ ਮੁਜ਼ੱਫਰਨਗਰ ਦੇ ਵਿੱਚ BA ਦੇ, ਤੁਹਾਡਾ ਗੈਜਟ ਕੀ ਹੈ, ਤੁਹਾਡਾ ਰੋਲ ਨੰਬਰ ਕੀ ਹੈ, ਤੁਹਾਡਾ ਸੈਂਟਰ ਕੀ ਹੈ, ਤੁਸੀਂ ਕਿਹੜੇ ਹੋਟਲ 'ਚ ਜਾ ਕੇ ਠਹਿਰੇ, ਕਿਹੜੀ ਧਰਮਸ਼ਾਲਾ 'ਚ ਜਾ ਕੇ ਠਹਿਰੇ, ਕਿਹੜੀ ਜਗ੍ਹਾ ਤੇ ਤੁਸੀਂ ਰੁਕੇ, ਕੋਈ ਸਾਬਤ ਕਰਕੇ ਦਿਖਾ ਦਿਓ। ਸਰ ਗੱਲਾਂ ਕਰਨੀਆਂ ਅੱਜ ਕੱਲ੍ਹ ਪਾ ਰਹੇ ਨੇ, ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ ਨਹੀਂ, ਗੱਲਾਂ ਕਰਨੀਆਂ ਸੁਖਾਲੀਆਂ ਨੇ। ਗੱਲਾਂ ਸੁਖਾਲੀਆਂ ਨਹੀਂ, ਕਿਉਂਕਿ ਤੁਹਾਡੇ ਤੋਂ ਡਰਦੇ ਲੋਕ, ਪੋਲੀਟੀਸ਼ੀਅਨ ਤੋਂ ਡਰਦੇ ਲੋਕ ਘਰਾਂ 'ਚ ਬਹਿ ਜਾਂਦੇ ਨੇ। ਤੇ ਮੇਰਾ ਹੌਸਲਾ ਮੈਂ ਮਿਸਟਰ ਬੈਂਸ ਨੂੰ ਹੀ ਕਹਿੰਦਾ, ਤੂੰ ਹੀ ਖੋਲਿਆ। ਅਸੀਂ ਸੁਖਬੀਰ ਬਾਦਲ ਦੀ ਸਰਕਾਰ ਵੇਲੇ ਤੇਰੇ ਨਾਲ ਜੇਲ੍ਹਾਂ ਕੱਟ ਗਏ, ਤੂੰ ਕੱਲਾ ਮੂਤ ਦੀਆਂ ਦਰੀਆਂ ਤੇ ਨਹੀਂ ਸੁੱਤਿਆ। ਮੈਂ ਵੀ ਸੁੱਤਾ, ਮੇਰੇ ਨਾਲ ਹੋਰ ਵੀ ਨੌਜਵਾਨ ਸੁੱਤੇ ਨੇ, ਜਿਨ੍ਹਾਂ ਨੂੰ ਬਾਅਦ 'ਚ ਤੂੰ ਤਰੀਕ ਤੇ ਲੈ ਜਾਣ ਲੱਗਿਆ ਵੀ ਗੱਡੀ 'ਚ ਨਹੀਂ ਬੰਦਾ ਹੁੰਦਾ ਸੀਗਾ। ਤੂੰ ਕਿਹੜੇ ਘੱਟ ਭਾਈ SC ਭਾਈਚਾਰੇ ਦੀਆਂ ਗੱਲਾਂ ਕਰਦਾ, ਤੂੰ ਗੱਡੀ 'ਚ ਨਹੀਂ ਬੰਦਾ ਹੁੰਦਾ ਸੀ। ਇਸ ਗੱਲ ਦਾ ਗਵਾਹ ਮੈਂ ਹਾਂ। ਅੱਛਾ ਜੀ। ਇਹ ਗੱਲਾਂ ਬੜੀਆਂ ਸੌਖੀਆਂ ਨੇ, ਇਹੀ ਗੱਲਾਂ ਕਰਦੇ ਭਰਦੀਆਂ ਗਈਆਂ। ਮੈਂ ਬਾਹਰ ਹੋ ਗਿਆ, ਮੇਰਾ ਕਿਸੇ ਨਾਲ ਪੈਸਿਆਂ ਦਾ ਰੌਲਾ ਪੈ ਗਿਆ, ਡਿਸਪਿਊਟ ਪੈ ਗਿਆ, ਉਹਦੇ 'ਚ ਮੈਨੂੰ ਚੋਰ ਠੱਗ ਕਿਹਾ ਗਿਆ, ਮੇਰੇ ਖਿਲਾਫ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ, ਮੇਰੇ ਖਿਲਾਫ ਕੀਤੀਆਂ ਗਈਆਂ। ਮੈਂ ਖੁਦ ਕੋਰਟ 'ਚ ਗਿਆ, ਮੈਂ ਖੁਦ ਥਾਣਿਆਂ 'ਚ ਪੇਸ਼ ਹੋਇਆ, ਮੇਰੇ ਤੇ ਪਰਚਾ ਦਰਜ ਕਰਾਇਆ ਗਿਆ, ਮੈਂ ਉਹ ਸਾਰੀ ਬਰੀ ਹੋ ਕੇ ਬੈਠਾ। ਤੂੰ ਹੋ ਨਾ, ਤੂੰ ਹੋ, ਤੂੰ ਦੂਜਿਆਂ ਦੇ ਘਰ ਖਰਾਬ ਕੀਤੇ। ਜਿਹੜਾ ਤੇਰੇ ਕੋਲ ਫੈਸਲਾ ਆ ਗਿਆ, ਉਹ ਕੁੜੀ ਦਾ ਘਰ ਨਹੀਂ ਵਸਿਆ ਅੱਜ ਤੱਕ। ਅੱਛਾ ਜੀ। ਮੈਂ ਦਾਅਵੇ ਨਾ ਕਹਿਣਾ। ਉਹ ਕਿਉਂ? ਇਹ ਦੱਸੇ ਬੈਂਸ ਕਿਹੜੇ ਫੈਸਲੇ ਕਰਾਨਾ ਤੂੰ ਪੱਖਪਾਤ ਦੇ ਨਾਲ ਫੈਸਲੇ ਕਰਾਨਾ, ਕਿੱਥੋਂ ਫਾਇਦਾ ਹੋ ਸਕਦਾ, ਕਿੱਥੇ ਨਹੀਂ ਹੋ ਸਕਦਾ। ਅੱਛਾ ਜੀ। ਮਤਲਬ
ਭੈਣਾਂ ਦੇ ਘਰਾਂ ਦੇ ਵਿੱਚੋਂ ਵੀ ਉੱਥੇ ਵੀ ਤੁਸੀਂ ਭਾਜੀ ਹੁਣ ਤਾਂ ਬਹੁਤ ਗੱਲਾਂ ਨੇ ਸਾਡੇ ਕੋਲ ਬੋਲਣ ਨੂੰ। ਇਹਨੇ ਆਪਣੇ ਸਕੇ ਦੋਸਤ ਦੀਆਂ ਭੈਣਾਂ ਦੇ ਘਰ ਰਿਸ਼ਤੇ ਨਹੀਂ ਉਹ ਵਸਣ ਦਿੱਤੇ, ਫਿਰ ਉਹ ਗੱਲਾਂ ਹੁਣ ਮੂੰਹ ਨਾ ਖਿਲਾਓ, ਕਿਉਂਕਿ ਜਦੋਂ ਵਿਦ ਪ੍ਰੂਫ ਆਉਣਗੇ ਚੀਜ਼ਾਂ ਮੈਂ ਲੈ ਕੇ ਆਉਂਗਾ। ਮੈਂ ਅੱਜ ਤੱਕ ਕਹਿੰਦੇ ਬਾਰੇ ਇੰਨੀ ਵਾਰ ਬੋਲਿਆ, ਹੁਣ ਕਾ ਜਾ ਆਪਣੇ ਪਿਓ ਦਾ ਨਹੀਂ ਤੂੰ ਮੇਰੇ ਖਿਲਾਫ ਡੈਫਲਾਮੇਸ਼ਨ ਪਾ। ਤੇਰੀ ਮੈਂ ਫੈਕਟਰੀ ਬਾਰੇ ਬੋਲਿਆ, ਤੇਰੇ ਮੈਂ ਕਪੜੇਬਾਜ਼ੀਆਂ ਬਾਰੇ ਬੋਲਿਆ, ਤੇਰੀ ਜਾਲੀ ਡਿਗਰੀ ਬਾਰੇ ਬੋਲਿਆ, ਤੂੰ ਪਾ ਮੇਰੇ ਖਿਲਾਫ ਡੈਫਲਾਮੇਸ਼ਨ। ਤੂੰ ਲੋਕਾਂ ਨੂੰ ਡਰਾਉਣਾ ਨਾ, ਮੇਰੇ ਖਿਲਾਫ ਪਾ। ਔਰ ਮੈਂ ਉਹਨਾਂ ਦੋਸਤਾਂ ਨੂੰ ਵੀ ਕਹਿਣਾ ਚਾਹੁੰਦਾ, ਹੁਣ ਤਾਂ ਰਹਿ ਹੀ ਜਾਂਦੇ ਖਿਲਾਫ ਥੋੜ੍ਹੇ ਗਏ, ਚੰਦ ਕੁ ਬੰਦੇ ਨੇ ਜਿਹੜੇ 5-7 ਬੰਦੇ ਜਿਹੜੀ ਜਾਲੀ ਆੜੀਆਂ ਤੋਂ ਬਕਵਾਸ ਕਰਦੇ ਆ ਨਾ, ਜਿਹੜਾ ਦੂਜਿਆਂ ਦੀਆਂ ਮਾਵਾਂ ਭੈਣਾਂ ਨੂੰ ਗਾਲਾਂ ਕੱਢਦੇ ਆ, 5-7 ਦਿਨਾਂ ਦੇ ਵਿੱਚ ਉਹ ਰਿਜ਼ਲਟ ਕੱਢ ਕੇ ਉਹ ਟੀਮ ਲੈ ਕੇ ਆਉਂਗਾ। ਜਾਲੀ ਟੀਮ ਬਣਾ ਕੇ ਫੇਕ ਲਾਈਕ ਬਣਾ ਕੇ 9-8-9 ਲੱਖ ਜਿਹੜੇ ਇਹਨਾਂ ਨੇ ਆਪਣੇ ਪੇਜਾਂ ਨੂੰ ਬਣਾਇਆ, ਲੋਕਾਂ 'ਚ ਪ੍ਰਮੋਟ ਕਰਨ ਦਾ ਕੰਮ ਕੀਤਾ ਹੋਇਆ, ਉਹ 8-9 ਲੱਖ ਐਵੇਂ ਜਾਲੀ ਹੈ। ਅੱਛਾ ਜੀ। ਇਹ ਲੋਕਾਂ ਨੂੰ ਦਿਖਾਉਣ ਖਾਤਰ ਵੀ ਅਸੀਂ ਇੰਨੇ ਪੋਪੂਲਰ ਹਾਂ। ਪੋਪੂਲਰ ਹੁੰਦੇ ਤਾਂ ਤੁਸੀਂ ਤੁਹਾਡੇ ਨਾਂ ਤੇ ਵੋਟ ਕਿਉਂ ਨਹੀਂ ਪਈ, ਜਿੱਤੇ ਕਿਉਂ ਨਹੀਂ ਤੁਸੀਂ? ਬਿਲਕੁਲ ਠੀਕ। ਤੁਸੀਂ ਸਿਰਫ ਬੰਦੇ ਅਪਾਇੰਟ ਕੀਤੇ ਇਸ ਤਰੀਕੇ ਨਾਲ ਵੀ ਦੂਜੇ ਪਾਰਟੀ ਦੇ ਨੁਮਾਇੰਦਿਆਂ ਨੂੰ ਜਿੱਤ ਪ੍ਰਾਪਤ ਹੋਵੇ। ਠੀਕ ਹੈ ਜੀ, ਧੰਨਵਾਦ ਜੀ। ਤੇ ਦੋਸਤੋ ਇਹ ਸੀਗੇ ਜਸਵਿੰਦਰ ਸਿੰਘ ਰਾਜਾ ਜੀ, ਜਿਨ੍ਹਾਂ ਨੂੰ ਕਿਸੇ ਵੇਲੇ ਜਿਹੜੇ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਵਕਤਾ ਵੀ ਰਹੇ ਹੈ, ਮੋਢਲੇ ਸਪੋਕਸਪਰਸਨ ਵੀ ਰਹੇ ਹੈ। ਸੋ ਇਹ ਸੀ ਸਾਡੀ ਅੱਜ ਦੀ ਰਿਪੋਰਟ। ਵੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।